भी टेंशन में जा रहे हैं, बीत रहे हैं, और बच्चे भी टेंशन में बीत रहे हैं, लेकिन बातचीत नहीं हो रही है। आजकल ऐसे कोई बैठ के बात करता है? ऐसे आजकल कोई बैठ के बात नहीं करता है। बट असलियत में टेंशन और स्ट्रेस वो अलग तरीक़ों से निकलता है। वो निकलता है हमारे बॉडी में बीमारियों से, मेंटल इलनेस जो आजकल चल रही है, एंग्जाइटी, डिप्रेशन। पर जे घर दे विच भी दो जने आपस विच लड़ रहे हैं तो बच्चा जिहड़ा वो बैठा बैठा चाहे बोले चाहे ना, लेकिन वो हाइपर एक्टिव हो जाऊगा। ਉਹਦਾ ब्रेन है जिहड़ा वो सोऊगा नहीं, वो विचार चली जाएंगे, ओवर एक्टिव हो जाएंगे। बच्चे आजकल जिद्दी हैं, माँ बाप बोल देते हैं कि जिद्दी हैं। वो इसलिए हैं कि एक एक बच्चा है वो जिद करता है, माँ बाप मान लेते हैं, समाज भी ये कहता है। तो कुछ लोग कहते हैं कि हमारे ज़माने में तो पीटते थे, मारते थे और बच्चा सही रहता था, ठीक रहता था। पहले ज़माने में मारपीट से बच्चे सही हो जाते थे। अगर आप देखेंगे वो बच्चे जब अब 50 से ऊपर हो गए हैं और आदमी इंसान मतलब अडल्ट्स बन गए हैं, अब उनकी बीमारियां बहुत हैं, उनके अंदर की बीमारियां बहुत हैं, क्योंकि जो वो मारपीट पड़ी है वो इमोशंस, नेगेटिव इमोशन, दुखी, दर्द वो अंदर जाके बैठ गया है उनके, और उनकी अब बीमारियां निकलती हैं 50-60 से ऊपर आके। साडे नर्वस सिस्टम वाकई एक दूजे नाल इंटरकनैक्टेड होंदे आ। माँ एंजाइटी चाहिए तो बच्चा आटोमैटिक एंजाइटी च आ गया। ये ਜਿਹੜੇ ਬੱਚੇ ਹੁੰਦੇ ਆ ਇਹ ਬੜੀ ਜਲਦੀ ਪਿਕ ਕਰਦੇ ਆ। ਅਕਸਰ ਅਸੀਂ ਇਹਨਾਂ ਨੂੰ ਇਗਨੋਰ ਕਰਦੇ ਹਾਂ। ਅਸੀਂ ਤਾਂ ਇਗਨੋਰ ਕਰਦੇ ਵੀ ਇਹਨਾਂ ਨੂੰ ਕੀ ਪਤਾ ਇਹਨਾਂ ਗੱਲਾਂ ਦਾ, ਜਾਂ ਇਹਨਾਂ ਨੂੰ ਕਿਹੜਾ ਫੀਲ ਹੋਣਾ ਹੈ, ਇਸ ਗੱਲ ਦਾ ਫੀਲ ਥੋੜੀ ਹੋਣਾ ਨੂੰ, ਲੇਕਿਨ ਉਹਨੂੰ ਫੀਲ ਨਹੀਂ, ਉਹ ਅਹਿਸਾਸ ਦੀ ਗੱਲ ਹੁੰਦੀ ਹੈ। ਇੱਕ ਪੈਰੈਂਟ ਲੁਧਿਆਣੇ ਦੇ ਵਿੱਚ ਮੇਰੇ ਕੋਲ ਆਇਆ, ਕਹਿੰਦੇ ਬੱਚਾ ਸਾਡਾ ਬਹੁਤ ਹਾਈਪਰ ਐਕਟਿਵ ਹੈ, ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਹੈ। ਤਾਂ ਮੈਂ ਦੇਖਿਆ ਕਿ ਦੋਨੇ ਜੀਆਂ ਨੂੰ ਜੇ ਅਸੀਂ ਮਿਲ ਰਹੇ ਸੀ ਤੇ ਦੋਵੇਂ ਜੀ ਓਵਰ ਐਕਟੀਵੇਟਡ ਸੀ, ਬਹੁਤ ਹੀ ਫਰਸਟ੍ਰੇਟਡ ਇਨਵਾਇਰਮੈਂਟ। ਅਸੀਂ ਕਹਿੰਦੇ ਇੱਕ ਵਾਰ ਬੱਚਾ ਛੱਡੋ, ਜਸਟ ਆਪਾਂ ਤੁਹਾਡੇ ਨਾਲ ਕੰਮ ਕਰਨਾ ਇਸ ਤਰ੍ਹਾਂ। ਅਸੀਂ ਉਹਨਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ ਤੇ ਬੱਚੇ ਜੋ ਅਸੀਂ ਹਫ਼ਤੇ ਬਾਅਦ ਮਿਲੇ ਕਹਿੰਦੇ ਹਾਂ ਸਾਨੂੰ ਗੱਲ ਸਮਝ ਆ ਗਈ ਜੀ, ਸਾਡੇ ਬੱਚਾ भी ਅੱਗੇ ਨਾਲੋਂ ਫਰਕ ਪੈ ਰਿਹਾ है। ड्रग्स एडिक्शन बिल्कुल वो पंजाब में तो सबसे बड़ी समस्या है। सबसे बड़ी समस्या है। वो क्यों है? क्योंकि बचपन में सेफ्टी नहीं मिली, जो पीपराज जी कह रहे थे। बचपन में जब सेफ्टी नहीं मिलती है तो हमारे दिमाग में और हमारे शरीर को पता नहीं होता कि सेफ्टी हम लाए कहाँ से। सेफ्टी से शांति आती है अंदर। नहीं रोने से मैं वापस उसी पॉइंट पे आ रही हूँ कि बीमारियां बढ़ रही हैं नहीं रोने से, क्योंकि जब वो दुख और दर्द अंदर रख के बैठे रहोगे सालों, तब एडिक्शन आएगी, तब बीमारियां आएंगी। तो 90 ਦੇ ਆਸ-ਪਾਸ ਜਿਹੜੀਆਂ ਕ੍ਰੋਨਿਕ ਡਿਜ਼ੀਜ਼ ਨੇ, ਪੁਰਾਣੀਆਂ ਲੰਬੇ ਚੱਲਣ ਵਾਲੀਆਂ ਬਿਮਾਰੀਆਂ ਜਿਹੜੀਆਂ, ਉਹ ਕਹਿੰਦੇ ਸਪਰੈਸ਼ਨ ਆਫ ਇਮੋਸ਼ਨਸ ਆ। ਤੁਸੀਂ ਆਪਣੇ ਇਮੋਸ਼ਨਸ ਨੂੰ ਦਬਾਉਂਦੇ ਹੋ ਜਦੋਂ, ਇਹ ਸਪਰੈਸ਼ਨ ਆਫ ਇਮੋਸ਼ਨਸ ਹੈ। ਗੁੱਸਾ, ਰੋਣਾ ਐਂਡ ਸਾਡਾ ਪਸੀਨਾ ਆਉਣਾ ਹੈ ਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਉਹ ਦੋਸਤ ਨੇ। ਜੇ ਗੁੱਸਾ ਨਾ ਹੋਵੇ ਸਮਝੋ ਵਿਅਕਤੀ ਨੂੰ, ਜੇ ਰੋਣਾ ਨਾ ਹੋਵੇ ਵਿਅਕਤੀ ਨੂੰ, ਤੇ ਹਾਸਾ ਨਾ ਹੋਵੇ ਵਿਅਕਤੀ ਨੂੰ, ਤਾਂ ਆਦਮੀ ਕਦੋਂ ਦਾ ਫਟ ਕੇ ਮਰ ਜੇ। ਫਿਜ਼ੀਕਲ ਕੰਮ ਜ਼ਿਆਦਾ ਸੀ, ਮੈਂਟਲੀ ਬਰਡਨ ਘੱਟ ਹੁੰਦਾ ਸੀ, ਵੀ ਟੈਨਸ਼ਨ ਨਹੀਂ ਲੈਣੀ ਯਾਰ ਪੁੱਤ, ਤੂੰ ਤੇਰੇ ਨਾਲ ਖੜਾ ਮੈਂ। ਹੁਣ ਕਹਿੰਦੇ ਤੂੰ ਪਤਾ ਤੂੰ ਟੈਨਸ਼ਨ ਕਿਉਂ ਨਹੀਂ ਲੈਂਦਾ, ਹੱਸੀ ਕਿਉਂ ਜਾਂਦਾ ਹੈ, ਸਾਰਾ ਦਿਨ ਦੰਦ ਕਿਉਂ ਕੱਢੀ ਜਾਂਦੇ। ਬਿਲਕੁਲ ਇਹ ਵੀ ਵੱਡੀ ਸਮੱਸਿਆ ਹੈ। ਵੀ ਉਹ ਖੁਸ਼ ਕਿਉਂ ਹੈ, ਸਾਨੂੰ ਇਹ ਸਭ ਤੋਂ ਮਾਂ ਬਾਪ ਨੂੰ ਚਿੰਤਾ ਹੁੰਦੀ ਹੈ, ਓਵਰ ਖੁਸ਼ ਕਿਉਂ ਹੈ। ਪਹਿਲਾਂ ਸੀ ਕਿ ਸੁਬਾਹ ਅਖਬਾਰ ਆਉਣੀ, ਲੜਾਈ ਹੋਈ, ਸੁਬਾਹ ਅਖਬਾਰ ਆਊਗੀ ਅਸੀਂ ਪੜ੍ਹਾਂਗੇ, ਰਾਈਟ, ਉਹਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਸੀ। ਹੁਣ ਤਾਂ ਮਿੰਟ ਸਾਨੂੰ ਪੜ੍ਹ ਕੇ ਗੁੱਸਾ ਵੀ ਆ ਰਿਹਾ ਨਾ, ਕੋਈ ਨਜਾਇਜ਼ ਹੋ ਰਿਹਾ ਸੋਸਾਇਟੀ 'ਚ, ਧੱਕਾ ਹੋ ਰਿਹਾ, ਉਹਦੇ ਨਾਲ ਸਾਨੂੰ ਗੁੱਸਾ ਵੀ ਆ ਰਿਹਾ। ਤੇ ਸਮਝ ਅਸੀਂ ਤਾਂ ਆਪਣੇ ਆਪ ਨੂੰ ਐਕਟੀਵੇਟ ਕਰ ਲਿਆ ਨਾ। ਦਿਨ 'ਚ ਦਿਹਾੜੀ 'ਚ 5-7 ਵਾਰੀ ਐਂ ਕਿੱਕ ਮਾਰਦੇ ਆ ਬ੍ਰੇਨ ਨੂੰ, 5-7 ਵਾਰੀ ਬੱਚੇ ਕਿੱਕ ਮਾਰਦੇ ਆ। और जब फ़ोन में कंटिन्यूसली अगर आपके फ़ोन में आप चीज़ें देखे जा रहे हैं और अपने साथ समय नहीं बिता रहे हैं बिना फ़ोन के, या अपने ख़ानदान के साथ समय नहीं बिता रहे हैं बिना फ़ोन के, तो वो टेंशन, स्ट्रेस जो होता है वो टेंशन में बदल जाता है। लोकवाई टीवी देख रहे हो तुसीं, मैं मनिंदरजीत सिद्धू। अज ਟੈਨਸ਼ਨ ਸ਼ਬਦ ਆ ਜਿਹੜਾ ਉਹ ਸਾਡੇ ਹਰ ਘਰ 'ਚ ਆ ਚੁੱਕਿਆ। ਹਰ ਘਰ ਦੇ ਵਿੱਚ ਬਜ਼ੁਰਗ ਤੋਂ ਲੈ ਕੇ ਤੇ 2 ਤੋਂ 3 ਸਾਲ ਦੇ ਬੱਚੇ ਨੂੰ ਵੀ ਇਹ ਸ਼ਬਦ ਪਤਾ, ਤੇ ਉਹ ਵੀ ਇਹ ਗੱਲ ਕਹਿ ਦਿੰਦਾ ਕਿ ਮੈਨੂੰ ਟੈਨਸ਼ਨ ਹੈ ਇਸ ਗੱਲ ਦੀ। ਇਹ ਟੈਨਸ਼ਨ ਸ਼ਬਦ, ਇਹ ਚਿੰਤਾ ਸ਼ਬਦ ਪਹਿਲਾਂ ਸਮਿਆਂ ਦੇ ਵਿੱਚ ਸਾਡੇ ਇੰਨੇ ਵੱਡੇ ਪੱਧਰ 'ਤੇ ਨਹੀਂ ਸੀ ਜਿੰਨੇ ਵੱਡੇ ਪੱਧਰ 'ਤੇ ਹੁਣੇ ਐਂਟਰ ਹੋ ਚੁੱਕਿਆ। ਅਤੇ ਇਹਦੇ ਨਾਲ ਕਹਿੰਦੇ ਆ ਕਿ ਬਿਮਾਰੀਆਂ ਵੀ ਬਹੁਤ ਲੱਗਦੀਆਂ। ਆਮ ਤੌਰ 'ਤੇ ਕਹਿੰਦੇ ਆ ਕਿ ਚਿੰਤਾ ਜਿਹੜੀ ਹੈ ਉਹ ਚਿਖਾ ਬਰਾਬਰ ਹੁੰਦੀ ਹੈ। ਇਹਨਾਂ ਗੱਲਾਂ 'ਤੇ ਹੋਰ ਜਿਹੜੀਆਂ ਮਨੋਰੋਗ ਨੇ, ਜੋ ਇਹ ਬਿਮਾਰੀਆਂ ਮਨੋਵਿਗਿਆਨ ਨਾਲ ਜੁੜੀਆਂ ਹੋਈਆਂ ਨਾ, ਸਾਰਿਆਂ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜਿਹੜੇ ਹੈ ਡਾਕਟਰ ਤਰਨੀ ਜੈਨ ਨੇ, ਮਨੋਵਿਗਿਆਨ ਦੀ ਉਹਨਾਂ ਦੀ ਪੜ੍ਹਾਈ ਹੈ, ਉਹਨਾਂ ਤੋਂ ਇਸ ਸਾਰੇ ਵਿਸ਼ੇ 'ਤੇ ਗੱਲਬਾਤ ਕਰਾਂਗੇ। ਮਨੋਵਿਗਿਆਨੀ ਨੇ।
ਪਹਿਲਾਂ ਸਵਾਗਤ ਕਰ ਲਈਏ, ਫਿਰ ਅਗਲੀ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਠੀਕ ਹੋ? बिल्कुल बढ़िया। ਇੱਕ ਹੋਰ ਗੱਲ ਦੱਸ ਦਈਏ ਕਿ ਡਾਕਟਰ ਸਾਹਿਬ ਨੂੰ ਜਿਹੜੀ ਹੈ ਉਹ ਹਿੰਦੀ ਭਾਸ਼ਾ ਆਉਂਦੀ ਹੈ, ਕਿਉਂਕਿ ਉਹ ਪੰਜਾਬ ਦੇ ਨਹੀਂ ਹੈ, ਇਸ ਕਰਕੇ ਗੱਲਬਾਤ ਦੇ ਜਿਹੜੇ ਸਵਾਲ ਅਸੀਂ ਉਹ ਹਿੰਦੀ 'ਚ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹ ਜਵਾਬ ਵੀ ਹਿੰਦੀ ਦੇ ਵਿੱਚ ਹੀ ਦੇਣਗੇ। डॉक्टर साहब सबसे पहले टेंशन, चिंता के जो भी कहा जाए बहुत बढ़ गई है। जैसे मैंने कहा कि बूढ़े से लेके बच्चा, और वो भी 2-2, 3-3 साल के बच्चों, पहले तो जब हमारा बचपन था या आपका बचपन होगा तो टेंशन वर्ड बहुत कम सुना होता था, ना ही कोई होती थी, अगर होती भी थी तो पता ही नहीं होता था कि ये टेंशन हो गई। पर आज एक बच्चा ये बोल रहा है, 2 साल का बच्चा हो, 5 साल का बच्चा हो, और ऐसे भी है कि स्ट्रेस और टेंशन की वजह से सुसाइड भी बढ़ गए हैं बच्चों में। इसकी वजह क्या है? अभी इतना क्यों इस तरफ चल पड़ा है हमारा समाज, हमारे लोग, कि हर कोई बोल रहा है कि मैं टेंशन में हूँ, मैं चिंता में हूँ? क्यों ऐसा जो यो हो रहा है? शुक्रिया सवाल के लिए। टेंशन बहुत बहुत आसान शब्द हो गया है जी, जो सब जगह जा रहा है। अब वो क्यों जा रहा है? दो तीन चीज़ें हैं। एक तो हम आजकल किसी में सब में सब्र खत्म हो चुकी है। तो जब सब्र खत्म हो जाती है किसी भी चीज़ के लिए, तो आपका स्ट्रेस और टेंशन दिमाग में ऑलरेडी बढ़ जाता है, क्योंकि आप सब्र के साथ किसी के साथ बैठते नहीं हो, बात नहीं करते हो। ना माँ बच्चों से बात करते हैं, ना बच्चे माँ बाप से बात करते हैं। आजकल हम क्या करते हैं? हम अपने फ़ोन में लगे रहते हैं। और जब फ़ोन में कंटिन्यूसली, अगर आपके फ़ोन में आप चीज़ें देखे जा रहे हैं और अपने साथ समय नहीं बिता रहे हैं बिना फ़ोन के, या अपने ख़ानदान के साथ समय नहीं बिता रहे हैं बिना फ़ोन के, तो वो टेंशन, स्ट्रेस जो होता है वो टेंशन में बदल रहा है। और वो टेंशन क्यों आ रही है? क्योंकि इतने ऑप्शन हो गए हैं, इतनी चीज़ें हो गई हैं। जब हम छोटे थे हमारे पास क्या था कि अच्छा डॉक्टर बन जाए, लॉयर बन जाए, इंजीनियर बन जाए। लेकिन अब कितनी चीज़ें हैं लोग बच्चे कर सकते हैं, लोग कर सकते हैं। अब जो वो चॉइस, इतनी सारे ऑप्शन जो आ गए हैं, उसकी वजह से दिमाग में और भी कंफ्यूजन क्रिएट हो रही है जी, जिसकी वजह से बस टेंशन बढ़ते ही जा रही है, चाहे बूढ़ा हो या बच्चा हो। एग्जाम्पल लेते हैं बच्चों का, क्योंकि हम ज़्यादा बाबा फरीद सेंटर फॉर स्पेशल चिल्ड्रन भी हैं, वहाँ पे भी हम बच्चों के साथ ज़्यादा काम करते हैं और पेरेंट्स के बीच में काम करते हैं। अब उसमें हम देखते हैं कि पेरेंट्स भी टेंशन में जा रहे हैं, बीत रहे हैं, और लोग भी टेंशन में बीत रहे हैं, बच्चे भी टेंशन में बीत रहे हैं, लेकिन बातचीत नहीं हो रही है। आजकल ऐसे कोई बैठ के बात करता है? बिल्कुल ऐसे आजकल कोई बैठ के बात नहीं करता है। उसको टेंशन होती है, वो फोन पे जाते हैं, गूगल पे जाते हैं, कहते हैं अच्छा मुझे टेंशन क्यों हो रही है ये बताओ। गूगल आपको 100 सवाल दे देता है। बिल्कुल, ये चैट जीपीटी पे चले जाओ, 100 सवाल दे देगा, ये। अब वो इंसान बैठ के उसको देखता है, बोलता है अरे अब मुझे तो इन सब की टेंशन है, इसका मतलब। लेकिन टेंशन ना, स्ट्रेस लेना बहुत आसान है, लेकिन उसको बैठ के उसके साथ देखना कि असली चीज़, असली रीज़न क्या है कि हम क्यों टेंशन ले रहे हैं, वो बहुत मुश्किल है। तो इसलिए यह शब्द अब हल्के में सब बोलते हैं कि मुझे टेंशन हो गई, मुझे स्ट्रेस हो गया। अरे एक फेवरेट खाने को चीज़ नहीं मिली, टेंशन ले लेते हैं। बिल्कुल, वो शब्द, ये लैंग्वेज का भी पूरा खेल है हमारा, क्योंकि शब्द हम सब जगह देखते तो हमें कहते हैं अच्छा ये तो पॉपुलर शब्द है, मुझे भी इसका पार्ट होना है, तो मैं भी ये लेके चलूंगा। बट असलियत में टेंशन और स्ट्रेस वो अलग तरीकों से निकलता है। फिर वो निकलता है हमारे बॉडी में बीमारियों से, मेंटल इलनेस जो आजकल चल रही है, एंजाइटी, डिप्रेशन। जब मनोविज्ञान में सबसे पहली चीज़ बोलते हैं कि टेंशन और स्ट्रेस को अगर हमें परखना है और हमें देखना है और हमें उसका इलाज करना है, तो वो एक बच्चा या बड़ा 6 से 8 महीने अगर लगातार उस टेंशन में रहा, उसी टेंशन में रहा, तब हम उसको बोलते हैं कि हाँ ये कुछ दिक्कत है। वरना
बचपन पीढ़ियों से टेंशन और स्ट्रेस लेते हुए आ रहे हैं, बट वो तो हमें रुकावट नहीं डालता, बट अब वो रुकावट डालने लगा है। और ये दिक्कत इसीलिए है क्योंकि इतनी चॉइसेस हो गई हैं, इतने ऑप्शन हो गए हैं कि स्ट्रेस और टेंशन को हम ले देंगे थे पर उसका कुछ करते नहीं है। और फिर बच्चों में जब पेरेंट्स और बच्चों की बात आती है तो पेरेंट्स का स्ट्रेस बच्चों में घुस जाता है और वो उसके साथ कंटिन्यूसली साइकिल बनती रहती है और चलती रहती है। जैसे जनरली तौर ਤੇ ਅਸੀਂ ਇਹ ਮੰਨਦੇ ਇੱਕ ਮਿੰਟ, ਮੈਂ ਇਹਨਾਂ ਬਾਰੇ ਦੱਸਣਾ ਭੁੱਲ ਗਿਆ ਸੀ। ਡਾਕਟਰ ਪ੍ਰਿਤਪਾਲ, ਤੁਸੀਂ ਅਕਸਰ ਹੀ ਸਾਡੇ ਚੈਨਲ ਤੇ ਦੇਖਿਆ ਹੋਣਾ ਹੈ, ਕਿਉਂਕਿ ਸ਼ੁਰੂਆਤ ਦੇ ਵਿੱਚ ਉਹਨਾਂ ਬਾਰੇ ਤਾਂ ਜ਼ਿਕਰ ਕਰ ਲਿਆ ਸੀ, ਡਾਕਟਰ ਸਾਹਿਬ ਬਾਰੇ ਨਹੀਂ ਕੀਤਾ। ਬਾਕੀ ਤੁਸੀਂ ਇਹ ਤਾਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਕਿ ਸਾਡੇ ਨਾਲ ਕਾਫੀ ਲੰਮੇ ਸਮੇਂ ਤੋਂ ਇਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਡਾਕਟਰ ਸਾਹਿਬ ਹਾਂਜੀ ਕੀ ਕਹਿ ਰਹੇ ਸੀ ਜੀ? ਜੇ ਤੁਸੀਂ ਦੂਸਰੀ ਸ਼ਬਦਾਂ 'ਚ ਅਸੀਂ ਦੇਖਦੇ ਹਾਂ ਕਿ ਪਹਿਲਾਂ ਇਹ ਜਿਵੇਂ ਆਪਣੇ ਘਰਾਂ 'ਚ ਵਾਈਫਾਈ ਨਹੀਂ ਲੱਗਿਆ ਹੁੰਦਾ ਤੇ ਸਾਰੇ ਫੋਨ ਕਨੈਕਟਡ ਹੁੰਦੇ ਆ ਇੱਕ ਦੂਜੇ ਨਾਲ ਜੀ। ਜੇ ਵਾਈਫਾਈ ਇੱਕ ਥੋੜਾ ਜਿਹਾ ਡਿਸਟਰਬ ਹੋ ਜਾਏ, ਇੱਕ ਜਣਾ ਡਾਟਾ ਜ਼ਿਆਦਾ ਕੰਜ਼ਿਊਮ ਕਰ ਰਿਹਾ ਤਾਂ ਸਾਰੇ ਡਿਸਟਰਬ ਹੋ ਜਾਂਦੇ। ਉਸੇ ਤਰ੍ਹਾਂ ਹੀ ਇਹ ਬੜੀ ਗੱਲ ਜਿਸ ਨੂੰ ਗੱਲ ਅਕਨੋਲੇਜ ਨਹੀਂ ਕੀਤਾ ਗਿਆ ਕਿ ਅਲਟੀਮੇਟਲੀ ਸਾਡੇ ਨਰਵ ਸਿਸਟਮ ਇੱਕ ਦੂਜੇ ਨਾਲ ਕਨੈਕਟਡ ਨੇ। ਘਰ 'ਚ ਮੰਨ ਲਓ ਆਪਾਂ 10 ਜੀ ਰਹਿ ਰਹੇ ਹਾਂ, ਸਾਡਾ ਨਰਵ ਸਿਸਟਮ ਇੱਕ ਦੂਜੇ ਨਾਲ ਕਨੈਕਟਡ ਹੈ ਜੀ। ਇੱਕ ਦਾ ਜੇ ਨਰਵ ਸਿਸਟਮ ਹਾਈਪਰ ਐਕਟਿਵ ਹੋ ਗਿਆ ਤਾਂ ਸਾਰਿਆਂ ਦੇ ਨਰਵ ਸਿਸਟਮ ਐਕਟਿਵ ਹੋ ਜਾਂਦੇ ਆ, ਮੰਨਣ ਚਾਹੇ ਨਾ ਮੰਨਣ। ਉਹ ਕਈ ਵਾਰੀ ਉਸ ਨੂੰ ਚੁੱਪ ਕਰਾਉਣ ਦੇ ਚੱਕਰ 'ਚ ਹੁੰਦੇ, ਕਈ ਉਸ ਨੂੰ ਸ਼ਾਂਤਨੀ ਦੇਣ ਚੱਕਰ 'ਚ ਹੁੰਦੇ ਆ, ਕਈ ਉਹਨੂੰ ਪ੍ਰੈਸ਼ਰਾਈਜ਼ ਕਰਨ ਦੇ ਚੱਕਰ 'ਚ ਹੁੰਦੇ। ਮੀਨਸ ਇੱਕ ਬੰਦੇ ਨੂੰ ਐਕਟੀਵੇਟ ਹੋ ਜਾਂਦਾ ਤਾਂ ਪੂਰਾ ਸਿਸਟਮ ਐਕਟੀਵੇਟ ਹੋ ਜਾਂਦਾ। ਇਸੇ ਤਰ੍ਹਾਂ ਸਾਡੀ ਸੁਸਾਇਟੀ 'ਚ ਵੀ ਇਸੇ ਤਰ੍ਹਾਂ ਹੀ ਹੈ। ਜੇ ਇੱਕ ਪਾਸੇ ਥੋੜ੍ਹੀ ਜਿਹੀ ਫਰਸਟ੍ਰੇਸ਼ਨ ਹੋ ਜਾਂਦੀ ਹੈ, ਪੂਰੀ ਸੁਸਾਇਟੀ 'ਚ ਫਰਸਟ੍ਰੇਸ਼ਨ ਆਉਣੀ ਬੇਵਜ੍ਹਾ ਹੀ, ਹਾਲਾਂਕਿ ਉਹ ਨਾਲ ਕਨੈਕਟਡ ਨਹੀਂ ਹੈ, ਫਿਜ਼ੀਕਲੀ ਤਾਂ ਅਸੀਂ ਕਨੈਕਟਡ ਨਹੀਂ ਹਾਂ, ਲੇਕਿਨ ਉਹ ਸਾਡੇ ਨਰਵ ਸਿਸਟਮ ਓਵਰ ਐਕਟਿਵ ਹੋ ਰਹੇ ਆ। ਓਵਰ ਐਕਟੀਵਿਟੀ ਦਾ ਇਹ ਵੀ ਇੱਕ ਕਾਰਨ ਹੈ ਕਿ ਬੱਚਿਆਂ ਦੇ ਨਾਲ ਵੀ ਸਾਡਾ ਹੈ। ਜਿਵੇਂ ਅਸੀਂ ਆਟਿਸਟਿਕ ਬੱਚਿਆਂ ਨਾਲ ਕੰਮ ਕਰਦੇ ਹਾਂ ਤਾਂ ਅਸੀਂ ਅਕਸਰ ਇਹ ਦੇਖਦੇ ਹਾਂ ਕਿ ਜਿਹੜੇ ਬੱਚੇ ਪਹਿਲੇ ਦਿਨ ਬੱਚਾ ਸਹੀ ਚੱਲ ਰਿਹਾ, ਸਭ ਕੁਝ ਸਹੀ ਚੱਲ ਰਿਹਾ, ਕੁਦਰਤੀ ਕੋਈ ਇਸ ਤਰ੍ਹਾਂ ਇਵੈਂਟ ਆ ਰਿਹਾ ਉਹਨਾਂ ਦੇ ਘਰ ਦੇ ਵਿੱਚ, ਸ਼ਾਦੀ ਦਾ ਇਵੈਂਟ ਆ ਰਿਹਾ, ਕੋਈ ਕਿਤੇ ਜਾਣਾ ਉਸਨੇ, ਤਾਂ ਮਾਂ ਬਹੁਤ ਐਂਸ਼ੀਅਸ ਹੋ ਜਾਂਦੀ ਕਿ ਉੱਥੇ ਕਿਤੇ ਐਂ ਕੁਛ ਨਾ ਕਰਦੇ ਆ। ਅਸੀਂ ਤਾਂ ਬੱਚਾ ਸੱਚੀ ਐਂ ਕਰਨ ਲੱਗ ਗਿਆ। ਤਾਂ ਉਹ ਹੁਣ ਜਿਹੜੀ ਸਾਨੂੰ ਪੀਟਰ ਲੋਇਨ ਨਾਲ ਕੰਮ ਕੀਤਾ, ਗੈਬਰਮੈਟੀ ਨਾਲ ਇਹਨਾਂ ਨਾਲ ਅਸੀਂ ਕੰਮ ਕਰਦੇ ਤਾਂ ਅਸੀਂ ਇਹ ਦੇਖਿਆ ਕਿ ਇਹ ਸਾਡੇ ਨਰਵ ਸਿਸਟਮ ਵਾਕਈ ਇੱਕ ਦੂਜੇ ਨਾਲ ਇੰਟਰਕਨੈਕਟਡ ਹੁੰਦੇ ਆ। ਮਾਂ ਐਂਜ਼ਾਈਟੀ 'ਚ ਆਈ ਤੇ ਬੱਚਾ ਆਟੋਮੈਟਿਕ ਐਂਜ਼ਾਈਟੀ 'ਚ ਆ ਗਿਆ। ਇਹ ਜਿਹੜੇ ਬੱਚੇ ਹੁੰਦੇ ਆ ਇਹ ਬੜੀ ਜਲਦੀ ਪਿਕ ਕਰਦੇ ਆ। ਅਕਸਰ ਅਸੀਂ ਇਹਨਾਂ ਨੂੰ ਇਗਨੋਰ ਕਰਦੇ ਹਾਂ। ਅਸੀਂ ਤਾਂ ਇਗਨੋਰ ਕਰਦੇ ਵੀ ਇਹਨਾਂ ਨੂੰ ਕੀ ਪਤਾ ਇਹਨਾਂ ਗੱਲਾਂ ਦਾ, ਜਾਂ ਇਹਨਾਂ ਨੂੰ ਕਿਹੜਾ ਫੀਲ ਹੋਣਾ ਹੈ, ਇਸ ਗੱਲ ਦਾ ਫੀਲ ਥੋੜ੍ਹੀ ਹੋਣਾ ਨੂੰ। ਲੇਕਿਨ ਉਹਨੂੰ ਫੀਲ ਨਹੀਂ, ਉਹ ਅਹਿਸਾਸ ਦੀ ਗੱਲ ਹੁੰਦੀ ਹੈ ਕਿ ਉਹਨਾਂ ਨੂੰ ਉਹ ਘਰ 'ਚ ਉਹ ਜੋ ਐਕਟਿਵ ਹੋਣਗੇ ਤਾਂ ਉਹਨੂੰ ਉਹ ਵੀ ਬੱਚੇ ਵੀ, ਚਾਹੇ ਬੇਜਵਾਨ ਬੱਚੇ ਨੇ, ਹਾਲਾਂਕਿ ਉਹ ਵੀ ਓਵਰ ਐਕਟਿਵ ਹੋ ਜਾਂਦੇ ਆ। ਤਾਂ ਜਿਵੇਂ ਅਸੀਂ ਪੈਰੈਂਟਸ ਦੇ ਉੱਤੇ, ਪੇਸ਼ੈਂਟਸ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਦੇ ਹਾਂ, ਅਸੀਂ ਦੇਖਦੇ ਹਾਂ ਕਿ ਬੱਚੇ ਵੀ ਸਹੀ ਹੋ ਜਾਂਦੇ। ਜਸਟ ਇੱਕ ਐਗਜ਼ਾਮਪਲ ਅਸੀਂ ਦਿੰਦੇ ਕਿ ਇੱਕ ਪੈਰੈਂਟ ਲੁਧਿਆਣੇ ਦੇ ਵਿੱਚ ਮੇਰੇ ਕੋਲ ਆਇਆ, ਕਹਿੰਦੇ ਬੱਚਾ ਸਾਡਾ ਬਹੁਤ ਹਾਈਪਰ ਐਕਟਿਵ ਹੈ, ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਹੈ। ਤਾਂ ਮੈਂ ਦੇਖਿਆ ਕਿ ਦੋਨੇ ਜੀਆਂ ਨੂੰ ਜੇ ਅਸੀਂ ਮਿਲ ਰਹੇ ਸੀ ਤੇ ਦੋਵੇਂ ਜੀ ਓਵਰ ਐਕਟੀਵੇਟਡ ਸੀ, ਬਹੁਤ ਹੀ ਫਰਸਟ੍ਰੇਟਡ ਇਨਵਾਇਰਮੈਂਟ। ਅਸੀਂ ਕਹਿੰਦੇ ਇੱਕ ਵਾਰ ਬੱਚਾ ਛੱਡੋ, ਜਸਟ ਆਪਾਂ ਤੁਹਾਡੇ ਨਾਲ ਕੰਮ ਕਰਨਾ। ਇਸ ਤਰ੍ਹਾਂ ਅਸੀਂ ਉਹਨਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ ਤੇ ਬੱਚੇ ਜੋ ਅਸੀਂ ਹਫ਼ਤੇ ਬਾਅਦ ਮਿਲੇ ਕਹਿੰਦੇ ਹਾਂ ਸਾਨੂੰ ਗੱਲ ਸਮਝ ਆ ਗਈ ਸੀ, ਸਾਡੇ ਬੱਚਾ ਵੀ ਅੱਗੇ ਨਾਲੋਂ ਫਰਕ ਪੈ ਰਿਹਾ। ਕਿਉਂਕਿ ਅਸਲ ਵਿੱਚ ਬੱਚਾ ਇਹ ਸਮਝੋ 2 ਟਾਵਰਾਂ ਦੇ ਵਿੱਚ ਰਹਿ ਰਿਹਾ, ਰਾਈਟ। ਅਤੇ ਉਹਦੇ 'ਚ ਜੇ ਦੋਨੇ ਮੀਆਂ ਬੀਬੀ ਦਾ ਇਮੋਸ਼ਨਸ ਕਿਸ ਤਰ੍ਹਾਂ ਹੈ, ਸਭ ਕੁਛ ਕਿਸ ਤਰ੍ਹਾਂ ਹੈ, ਤਾਂ ਉਹ ਇੱਕ ਵਾਰੀ ਨਰਵ ਸਿਸਟਮ ਇਹ ਨਹੀਂ ਹੈ ਕਿ ਐਕਟਿਵ ਹੋਣਾ, ਕੋਈ ਚਾਬੀ ਲਾਉਣੀ ਉਹਦੇ ਨਾਲ ਐਕਟਿਵ ਹੋਣਾ, ਨਹੀਂ ਹਾਰਟ ਬੀਟ ਵੱਧ ਜਾਣੀ, ਥੋੜ੍ਹੀ ਸਾਹ ਦੀ ਗਤੀ ਵੱਧ ਜਾਣੀ, ਥੋੜ੍ਹਾ ਡਰ ਵੱਧ ਜਾਣਾ, ਪੈਨਿਕ ਹੋ ਜਾਣਾ। ਅਤੇ ਲਗਾਤਾਰ ਜੇ ਘਰ ਦੇ ਵਿੱਚ ਵੀ 2 ਜਣੇ ਆਪਸ ਵਿੱਚ ਲੜ ਰਹੇ ਆ ਤਾਂ ਬੱਚਾ ਜਿਹੜਾ ਉਹ ਬੈਠਾ ਚਾਹੇ ਬੋਲੇ ਚਾਹੇ ਨਾ, ਲੇਕਿਨ ਉਹ ਹਾਈਪਰ ਐਕਟਿਵ ਹੋ ਜਾਊਗਾ। ਉਹਦਾ ਬ੍ਰੇਨ ਹੈ ਜਿਹੜਾ ਉਹ ਸੋਊਗਾ ਨਹੀਂ, ਉਹ ਵਿਚਾਰ ਚੱਲੀ ਜਾਣਗੇ, ਓਵਰ ਐਕਟਿਵ ਹੋਈ ਜਾਣਗੇ। ਤਾਂ ਇਹ ਵੀ ਇੱਕ ਜਿਹੜਾ ਚਿੰਤਾ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਹਰ ਇੱਕ ਵਿਅਕਤੀ ਕਹਿੰਦਾ ਚਿੰਤਿਤ ਆ, ਰਾਈਟ। ਅਤੇ ਹੁਣ ਜਿਹੜਾ ਹੈ ਉਹ ਐਕਟੀਵੇਸ਼ਨ ਜਿਹੜੀ ਹੈਗੀ ਹੈ, ਜੇ ਸੱਦੇ ਨਾ ਬੁਲਾਏ, ਉਹ ਵੀ ਇੱਕ ਹੋ ਰਹੀ ਹੈ। ਪਹਿਲਾਂ ਸੀ ਕਿ ਸੁਬਾਹ ਅਖਬਾਰ ਆਉਣੀ, ਲੜਾਈ ਹੋਈ, ਸੁਬਾਹ ਅਖਬਾਰ ਆਊਗੀ ਅਸੀਂ ਪੜ੍ਹਾਂਗੇ, ਰਾਈਟ। ਉਹਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਸੀ। ਹੁਣ ਤਾਂ ਮਿੰਟ ਸਾਨੂੰ ਪੜ੍ਹ ਕੇ ਗੁੱਸਾ ਵੀ ਆ ਰਿਹਾ ਨਾ, ਕੋਈ ਨਜਾਇਜ਼ ਹੋ ਰਿਹਾ ਸੋਸਾਇਟੀ 'ਚ, ਧੱਕਾ ਹੋ ਰਿਹਾ, ਉਹਦੇ ਨਾਲ ਸਾਨੂੰ ਗੁੱਸਾ ਵੀ ਆ ਰਿਹਾ। ਅਤੇ ਸਮਝ ਅਸੀਂ ਤਾਂ ਆਪਣੇ ਆਪ ਨੂੰ ਐਕਟੀਵੇਟ ਕਰ ਲਿਆ ਨਾ। ਦਿਨ 'ਚ ਦਿਹਾੜੀ 'ਚ 5-7 ਵਾਰੀ ਐਂ ਕਿੱਕ ਮਾਰਦੇ ਆ ਬ੍ਰੇਨ ਨੂੰ, 5-7 ਵਾਰੀ ਬੱਚੇ ਕਿੱਕ ਮਾਰਦੇ ਆ। ਅਤੇ ਉਹ ਫਿਰ ਅਲਟੀਮੇਟਲੀ ਅਸੀਂ ਦੇਖਦੇ ਸਾਡੇ ਘਰ 'ਚ ਵੀ ਉਹੀ ਗੱਲ ਸ਼ੁਰੂ ਹੋ ਗਈ, ਲੱਗਦਾ ਜਿਹੜੀ ਬਾਹਰ ਸ਼ੁਰੂ ਹੋ ਰਹੀ ਸੀ ਉਹ ਕਰਦੇ ਸਾਡੇ ਬੱਚੇ ਤੱਕ ਆ ਜਾਂਦੀ ਹੈ।
ਤਾਂ ਆਹ ਵੀ ਇੱਕ ਅਸੀਂ ਇਹ ਮੰਨਦੇ ਹਾਂ ਕਿ ਅਸੀਂ ਜੋ ਬਾਬਾ ਫਰੀਦ ਸੈਂਟਰ 'ਚ ਅਸੀਂ ਇਕੱਠੇ ਜੋ ਕੰਮ ਕਰਦੇ ਅਸੀਂ ਮੈਮ ਜਿਹੜੇ ਆ ਉਹ ਬੱਚਿਆਂ ਨਾਲ ਕੰਮ ਪੈਰੈਂਟਸ ਨਾਲ ਕੰਮ ਕਰਦੇ ਤੇ ਅਸੀਂ ਬੱਚਿਆਂ ਨਾਲ ਕੰਮ ਕਰਦੇ ਹਾਂ ਤਾਂ ਸਾਡੇ ਇੱਕ ਜੁਆਇੰਟ ਅਸੀਂ ਦੇਖਦੇ ਕਿ ਵਾਕਈ ਜੇ माँ बाप बहुत ओवर एक्टिवेट है तो बच्चे ठीक नहीं हो सकते। एक जो बात है वो बहुत है कि बच्चे आजकल ज़िद्दी हैं, माँ बाप बोल देते हैं कि ज़िद्दी हैं, वो इसलिए हैं कि एक बच्चा है वो ज़िद करता है, माँ बाप मान लेते हैं, समाज भी ये कहता है। तो कुछ लोग कहते हैं कि हमारे ज़माने में तो पीटते थे, मारते थे और बच्चा सही रहता था, ठीक रहता था। ये बात कितनी सही है कि पहले ज़माने में मारपीट होती थी बच्चे के साथ, बच्चे को इग्नोर भी किया जाता था। आज वो बोलते हैं कि एक एक बात उसकी सुनते हो, जो वो मांगता है वो लेके देते हो, इसलिए ये बिगड़ रहे हैं, इसलिए ये इस तरह के मर रहे हैं, इसलिए आगे जाके नशे में भी जाते हैं और जो बुरी आते हैं वो भी उनके साथ जुड़ जाती हैं। ये बात कितनी सही है कि मारपीट के सही किया जाता था, आजकल वो नहीं है, इस बात से आप कितना सहमत हो? बहुत अच्छा सवाल है, क्योंकि मनोविज्ञान में, साइकोलॉजी में हम कहते हैं कि दोनों का बैलेंस होना चाहिए। मारपीट, हाथ उठाना वो कभी कभार ज़रूरी होता है, बट अगर बच्चा आपसे थोड़ा भी डरता है माता पिता से, तो अगर आप हल्की से अपनी आंखें भी दिखाओगे वो बच्चा समझ जाएगा। लेकिन दोनों का बैलेंस होना चाहिए। पहले ज़माने में मारपीट से बच्चे सही हो जाते थे। अगर आप देखेंगे वो बच्चे जब अब 50 से ऊपर हो गए हैं और आदमी इंसान मतलब अडल्ट्स बन गए हैं अब उनकी बीमारियां बहुत हैं जी, उनके अंदर की बीमारियां बहुत हैं, क्योंकि जो वो मारपीट पड़ी है वो इमोशंस, नेगेटिव इमोशन, दुखी, दर्द वो अंदर जाके बैठ गया है उनके, और उनकी अब बीमारियां निकलती हैं 50-60 से ऊपर आके। और जो बच्चे बिल्कुल माँ बाप सुनते हैं, उनकी हर चीज़ सुनते हैं, वो भी बीमार पड़ रहे हैं, एडिक्ट हो रहे हैं। तो जवाब ये है कि दोनों का बैलेंस होगा। आप अपनी बच्चों की बात सुनो भी, उनको दिखाओ भी, लेकिन बच्चा अपने माँ बाप से ही सीखता है कि क्या गलत है क्या सही है। तो इस वजह से मारना, हाथ उठाना, मैं कहती हूँ कि बिना हाथ उठाए भी गुस्सा दिख सकता है और दिखा सकते हो। गुस्सा दिखा देना चाहिए कभी कभी, जरूरी है, क्योंकि तब बच्चे को पता लगता है कि सही क्या है गलत क्या है। गुस्सा दिखाना कोई बुरी बात नहीं है, लेकिन बट लेवल की बात हो जाती है कि आप गुस्सा 100% दिखाओ या गुस्सा 50% दिखाओ या 20% ਦਿਖਾਓ। ਉਹਦੇ ਵਿੱਚ ਇਹ ਵੀ ਹੈ ਕਿ ਸਾਨੂੰ ਲੱਗਦਾ ਕਿ ਮੈਨੂੰ ਇਹ ਲੱਗਦਾ ਐਡ ਆਨ ਕਰਦਾ ਮੈਂ ਕਿ ਠੀਕ ਹੈ ਤੁਸੀਂ ਗੁੱਸਾ ਦਿਖਾ ਲਿਆ, ਗੁੱਸਾ ਕਰਨਾ ਮਨਾ ਨਹੀਂ ਹੈ, ਲੇਕਿਨ ਉਸ ਗੁੱਸੇ ਨੂੰ ਲੌਂਗ ਖਿੱਚੋ ਨਾ ਉਸ ਐਗਜ਼ੈਕਟਲੀ। ਮਤਲਬ ਇਹ ਨਾ ਹੋਵੇ ਵੀ ਮਤਲਬ ਜਿਵੇਂ ਆਪਾਂ ਵਿਰੋਧੀ ਨਹੀਂ ਆਉਣਾ, ਹਾਂ ਸਬਕ ਸਿਖਾਉਣ ਵਾਲੀ ਗੱਲ ਪਾਸੇ ਨਾ ਆਓ ਤੁਸੀਂ। ਮੰਨ ਲਓ ਉਹਨੂੰ ਉਹ ਬੱਚਾ ਤਾਂ ਵਨ ਵੇ ਪਰਸੀਵ ਕਰਦਾ ਜੀ, ਤੁਸੀਂ ਕਹਿੰਦਾ ਮੈਂ ਤੈਨੂੰ ਪੁੱਠਾ ਟੰਗੂ ਆ, ਤੇ ਜੇ 6 ਸਾਲ ਦੇ ਬੱਚੇ ਨੂੰ ਕਹਿੰਦਾ ਪੁੱਠਾ ਟੰਗਣਾ, ਉਹਦੇ ਭਾਵੇਂ ਪਾਪਾ ਰੱਸਾ ਲੈਣ ਗਿਆ ਵਈ ਆ, ਫਿਰ ਪੁੱਠਾ ਲੈ ਕੇ ਮੁੜੂਗਾ ਉਹਨੇ, ਤੇ ਉਹਦਾ ਪੁੱਠੇ ਨਲੀਆਂ ਵਗਦੀਆਂ ਦੇਖੂਗਾ। ਉਹ ਤਾਂ ਵਨ ਵੇ ਨਾਲ ਉਹ ਇਮੇਜਿਨੇਸ਼ਨ ਹੈਗੀ ਹੈ ਉਸਦੀ, ਉਹ 2 ਵੇ ਨਹੀਂ ਹੈਗਾ ਉਹਦਾ। ਤਾਂ ਉਹਨੂੰ ਤੁਸੀਂ ਲੜ ਵੀ ਲਿਆ ਤਾਂ ਵਿਦਿਨ 2 ਮਿੰਟਸ ਸੋਚੋ ਕਿ ਹੁਣ ਮੈਂ ਕੰਸੋਲ ਕਰ ਲਾਂ, ਉਹਨੂੰ ਰਿਲੈਕਸ ਕਰਦਾ। ਕਿਉਂਕਿ ਤੁਸੀਂ ਇੱਕ ਉਹੀ ਐਕਟੀਵੇਸ਼ਨ ਵਾਲੀ ਗੱਲ, ਇੱਕ ਬ੍ਰੇਨ ਨੂੰ ਤੁਸੀਂ ਇੱਕ ਟੌਕਸਿਕ ਸਿਚੁਏਸ਼ਨ 'ਚ ਪਾਤਾ, ਐਕਟੀਵੇਟ ਕਰਤਾ, ਉਬਲਣ ਲੱਗ ਗਿਆ ਦਿਮਾਗ। ਬੱਚਾ ਤਾਂ ਤੁਹਾਡਾ ਹੀ ਹੈ, ਤੁਸੀਂ ਉਹ ਵਾਲ ਕੇ ਆਲੂ ਬਣਾ ਕੇ ਕਿਆ ਲੈਣਾ ਉਹਦਾ, ਠੀਕ ਹੈ ਤਾਂ ਤੁਹਾਡਾ ਹੀ ਨਾ। ਤਾਂ ਉਹਨੂੰ 2 ਮਿੰਟ ਦੂਸਰੇ ਤੁਹਾਨੂੰ ਅਵੇਅਰ, ਗੁੱਸਾ ਕਰੋ ਵਿਦ ਅਵੇਅਰਨੈਸ, ਤੁਹਾਨੂੰ ਅਵੇਅਰਨੈਸ ਜ਼ਰੂਰੀ ਹੈ ਉਹਦੇ ਵਿੱਚ ਕਿ मैं गुस्सा कर रहा है ना, ये नॉइंगली कर रहा मैं, और उसके बेहोशी च नहीं कर रहा कि मेरे जो सामने आ रहा है तो मैं मतलब मैंने कुछ छुड़ाने वाला नहीं आता, लेकिन मैं हटना ही नहीं है उसनों, ये बेहोशी च नहीं, होश च रह के। और उसके ऊपर अवेयरनेस के बाद बच्चे और माँ बाप में ईगो की जरूरत नहीं है। बिल्कुल। तो माँ और बाप अगर गुस्सा भी आ जाए उसको, तो वो उसके बाद जाके अपने बच्चे से बात करे कि मैं भी इंसान हूँ, मुझे भी आता है गुस्सा, बट तूने ये गलत भी किया। तो बीच में फिर वो बातचीत हो ना वापस से कि तूने क्यों गलत किया और मैंने कैसा क्यों किया ऐसा। ये ईगो भी तो आ गई है अभी बीच में, वो नहीं है। हमारे माँ बाप और बच्चों के बीच में ईगो का क्या काम है। ਪਹਿਲਾਂ ਜਿਹੜੀਆਂ
ਜਿਹੜੀਆਂ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ ਉਦੋਂ ਗੁੱਸੇ ਵਾਲੀ ਜਿਹੜੀ ਤੁਹਾਡੀ ਗੱਲ ਆਉਂਦੀ ਹੈ, ਪਹਿਲਾਂ ਜੁਆਇੰਟ ਫੈਮਿਲੀ ਸੀਗੀਆਂ, ਲੋਕ ਗੁੱਸਾ ਕਰਦੇ ਸੀ, ਬਾਪੂ ਨੇ ਛਿੱਤਰ ਲਾ ਲਿਆ ਤੇ ਦਾਦੇ ਨੇ ਚੁੱਪ ਲਿਆ। ਬਿਲਕੁਲ ਠੀਕ ਹੈ, ਉਹ ਇੱਕ ਸੇਫਟੀ ਪੁਆਇੰਟ ਵੀ ਸੀ ਉਹਦੇ ਕੋਲੇ, ਵੀ ਇੱਕ ਮੈਨੂੰ ਤਸੀਟਰਿਆਂ ਦਾ ਇੱਕ ਮੇਰੇ ਲਈ ਸੇਫ ਜਗ੍ਹਾ ਕੋਨਾ ਲੱਭਦਾ ਸੀ। ਮੇਰੇ ਕੋਲ ਦਾਦੀ ਦੀ ਝੋਲੀ 'ਚ ਵੜ ਗਿਆ ਇੱਕ ਵਾਰੀ, ਦਾਦੀ ਨੇ ਬੁੱਕਲ 'ਚ ਲੈ ਲਿਆ, ਪਿਓ ਨੂੰ ਵੀ ਥੋੜਾ ਲੜ ਲਿਆ, ਰਾਈਟ। ਤੇ ਉਹਦੇ ਨਾਲ 2 ਮਿੰਟ 'ਚ ਇੱਕ ਵਾਰੀ ਡਰ ਗਿਆ, ਡਰ ਵੀ ਆ ਗਿਆ ਉਹਦੇ ਵਿੱਚ, ਤੇ ਨਾਲ ਦੀ ਨਾਲ ਅਸ਼ੋਰੈਂਸ ਵੀ ਹੈਗੀ ਕਿ ਕੋਈ ਗੱਲ ਨਹੀਂ ਮੈਂ ਸੇਫ ਹਾਂ। ਐਗਜ਼ੈਕਟਲੀ, ਉਹਨੂੰ ਸੇਫਟੀ ਫੀਲ ਹੋਣੀ ਬਹੁਤ ਜ਼ਰੂਰੀ ਹੈ। ਜੇ ਬੱਚੇ ਨੂੰ ਮੰਨ ਲਓ ਤੁਸੀਂ ਉੱਪਰ ਧਰਤੀ ਤੋਂ ਉੱਪਰ ਛਾਲ ਮਾਰਤੀ ਹੈ, ਜੇ ਤੁਹਾਨੂੰ ਪਤਾ ਲੱਗ ਗਿਆ ਵੀ ਹੇਠਾਂ ਜਾਲ ਤਾਂ ਹੈ ਨਹੀਂ, ਫਿਰ ਰਸਤੇ 'ਚ ਹੀ ਫਟ ਜਾਓਗੇ ਤੁਸੀਂ। ਏਅਰਪੋਰਟ ਤੋਂ ਏਅਰਕ੍ਰਾਫਟ ਤੋਂ ਛਾਲ ਮਾਰਦੇ ਹੋ, ਜੇ ਡਿੱਗ ਪਏ ਕੁਦਰਤੀ ਛਾਲ ਮਾਰ ਕੇ ਤੁਸੀਂ, ਜੇ ਤੁਹਾਨੂੰ ਪਤਾ ਲੱਗਾ ਪੈਰਾਸ਼ੂਟ ਤਾਂ ਨਹੀਂ ਖੁੱਲਿਆ, ਫਿਰ ਹੇਠਾਂ ਆਉਣ ਦੀ ਜ਼ਰੂਰਤ ਨਹੀਂ, ਉਸ ਤੋਂ ਪਹਿਲਾਂ ਹੀ ਸਾਹ ਨਿਕਲ ਜਾਣੇ। ਔਰ ਜੇ ਤੁਹਾਨੂੰ ਪਤਾ ਹੈ ਕਿ ਨੀਚੇ ਜਾਲ ਲੱਗਿਆ ਹੋਇਆ, ਦੈਨ ਯੂ ਆਰ ਸੇਫ। ਫਿਰ ਤੁਹਾਡਾ ਸਿਸਟਮ ਬਿਲਕੁਲ ਸੇਫ ਰਹੂਗਾ, ਕੋਈ ਹਾਰਟ ਫੇਲੀਅਰ ਨਹੀਂ ਹੋਣਾ, ਕੁਛ ਨਹੀਂ ਹੋਣਾ ਉਹਦੇ ਨਾਲ, ਰਾਈਟ। ਤੁਸੀਂ ਜਨਰਲੀ ਤੌਰ 'ਤੇ ਬੰਦਾ ਜਦੋਂ ਡਿੱਗਦਾ ਹੈ, ਬਚਾਉਣ ਦੀ ਪ੍ਰਕਿਰਿਆ 'ਚ ਜਦੋਂ ਇਨਸਿਕਿਉਰਿਟੀ ਹੁੰਦੀ ਹੈ, ਉਦੋਂ ਸੱਟ ਖਾਂਦਾ। ਅਦਰਵਾਈਜ਼ ਜੋ ਅਵੇਅਰਨੈਸ ਨਾਲ ਛਾਲ ਮਾਰਦਾ, ਉਹਨੂੰ ਪਤਾ ਲੱਗ ਜਾਏ ਮੈਂ ਇੱਥੇ ਇੰਨੀ ਜਗ੍ਹਾ 'ਚ ਮੈਂ ਸੇਫ ਹਾਂ, ਤਾਂ ਜਿਹੜੇ ਦੂਸਰੇ ਫਿਲਮਾਂ 'ਚ ਐਕਸ਼ਨ ਸ਼ੂਟ ਕਰਦੇ ਆ, ਦੇ ਆਰ ਸੇਫ। ਉਸ ਤਰ੍ਹਾਂ ਬੱਚੇ ਦੇ ਪ੍ਰਤੀ ਵੀ, ਬੱਚੇ ਨੂੰ ਡਾਂਟਤਾ, ਤੁਹਾਨੂੰ ਸੇਫ ਫੀਲ ਕਰਾਉਣਾ ਬਹੁਤ ਜ਼ਰੂਰੀ। ਅਗਰ ਤੁਹਾਡੇ ਘਰ 'ਚ ਕੋਈ ਤੀਸਰਾ ਬੰਦਾ ਨਹੀਂ ਹੈ, ਦੈਨ ਤੁਹਾਡੇ 'ਚੋਂ ਇੱਕ ਪਾਰਟਨਰ ਨੂੰ ਉਹ ਰੋਲ ਪਲੇ ਕਰਨਾ ਪੈਣਾ ਹੈ। ਇਹ ਨਹੀਂ ਕਿ ਦੋਨੇ ਡੰਡੇ ਲੱਗ ਕੇ ਬੈਠੇ ਉਸ 'ਤੇ। ਇਹਦਾ ਇੱਕ ਨਤੀਜਾ ਕਿ ਹੁਣ ਦੀ ਜਿਹੜੀ ਪੀੜ੍ਹੀ ਹੈ ਉਹ ਡਰੱਗਸ ਜ਼ਿਆਦਾ ਗਈ ਹੈ, ਕਿਉਂਕਿ ਉਹ ਸੇਫਟੀ ਨਹੀਂ ਹੈ, ਸੇਫਟੀ ਕਿਤੇ ਵੀ ਨਹੀਂ ਲੱਗ ਰਹੀ ਉਹਨਾਂ ਨੂੰ, ਉਹ ਡਰੱਗਸ ਵਿੱਚ ਗਈ ਹੈ। ਪਹਿਲਾਂ ਵਾਲੀ ਪੀੜ੍ਹੀ ਡਰੱਗਸ ਨਹੀਂ ਜਾਂਦੀ ਸੀ। ਇਹ ਪੀੜ੍ਹੀ ਨੂੰ ਜਦੋਂ ਸਕੂਲ ਦੇ ਵਿੱਚ ਵੀ ਦੱਸਿਆ ਜਾ ਰਿਹਾ ਸੀ, ਉੱਥੇ ਵੀ ਕੋਈ ਸੇਫਟੀ ਨਹੀਂ ਹੈ। ਘਰੇ ਆ ਕੇ ਉਹਦੀ ਸੁਣੀ ਨਹੀਂ ਜਾ ਰਹੀ ਸੀ, ਤੈਨੂੰ ਦੱਸਿਆ ਕਿਉਂ, ਕਹਿੰਦਾ ਘਰੇ ਪਤਾ ਵੀ ਨਾ ਲੱਗ ਜੇ, ਉਹ ਵੀ ਠੀਕ ਹੈ। ਆਉਂਦੇ ਸਾਰ ਟਿਊਸ਼ਨ ਵੀ ਜਾਣਾ, ਉਹਨੂੰ ਖੇਲਣਾ ਵੀ ਨਹੀਂ ਤਾਂ ਕਿ 2 ਮਿੰਟ ਚੈਨਲਾਈਜ਼ ਹੋ ਜੇ ਉਹਦੇ ਗੁੱਸਾ, ਖੇਲ ਵੀ ਖਤਮ ਹੋ ਗਿਆ ਜਿਹੜਾ ਉਹਨੂੰ ਥੋੜ੍ਹੀ ਜਿਹੀ ਹੈਪੀਨੈਸ ਦੇਣਾ ਸੀ। ਯਾਨੀ ਲਾਈਫ ਦੇ ਵਿੱਚ ਸਾਡੀ ਹੈਪੀਨੈਸ ਖਤਮ ਹੋ ਗਈ। ਜਦੋਂ 2 ਮਿੰਟ ਖੁਸ਼ ਹੀ ਨਹੀਂ ਹੋ ਰਹੇ ਤੁਸੀਂ ਇੱਕ ਪਲ ਦੇ ਲਈ, ਤਾਂ ਫਿਰ ਤੁਹਾਨੂੰ ਉੱਥੇ ਸੇਫ ਨਹੀਂ ਫੀਲ ਕਰ ਸਕਦੇ ਤੁਸੀਂ। ਔਰ ਫਿਰ ਕੰਟੀਨਿਊਸ ਉਹ ਪਰਸਨੈਲਿਟੀ ਬਣ ਜਾਣੀ ਤੁਹਾਡੀ, ਸ਼ਾਂਤ ਚੁੱਪ ਰਹਿਣ ਵਾਲੀ, ਅਲੱਗ ਰਹਿਣ ਵਾਲੀ, ਕਿਸੇ ਨਾਲ ਗੱਲ ਨਾ ਕਰਨ ਵਾਲੀ, ਅਵੋਇਡੈਂਸ ਵਾਲੀ, ਇਹ ਪਰਸਨੈਲਿਟੀ ਬਣ ਰਹੀ ਹੈ। ਐਂਡ ਇਹਦੇ ਉੱਤੇ ਸਾਨੂੰ ਸੀਰੀਅਸਲੀ, ਅਸੀਂ ਕਿਉਂ ਇੱਥੇ ਇਕੱਠੇ ਹੋਏ ਹਾਂ, ਯਾਨੀ ਮੈਂ ਤਾਰਣੀ, ਅਸੀਂ ਇੱਕੋ ਕਲਾਸਮੇਟ ਹਾਂ, ਪੀਟਰ ਲਵਾਈਨ ਦੇ ਸਟੂਡੈਂਟ ਆ ਦੋਨੇ ਹੀ। ਐਂਡ ਇਹਨਾਂ ਦੇ 2-3 ਹੋਰ ਸਪੈਸ਼ਲਿਟੀਜ਼ ਨੇ, ਜੇ ਗੈਬੋਰਮੈਟੀ ਦੀ ਜਾਂ ਬੋਡੀ ਮੂਵਮੈਂਟ ਸਾਈਕੋਥੈਰੇਪੀ ਦੀ। ਬਟ ਅਸੀਂ ਇਹਨਾਂ ਨੂੰ ਲਗਾਤਾਰ ਇਨਸਿਸਟ ਕਰ ਰਹੇ ਹਾਂ ਪੂਰੇ ਇੰਡੀਆ ਦੇ ਜਿਹੜੇ ਸਾਈਕੋਥੈਰੇਪਿਸਟ ਨੂੰ, ਕਿ ਇੱਕ ਪਲੇਟਫਾਰਮ 'ਤੇ ਇਕੱਠੇ ਹੋਈਏ, ਸੋਚੀਏ। ਇਕੱਲਾ ਪਨਿਸ਼ਮੈਂਟ ਹੀ ਹੱਲ ਨਹੀਂ ਹੈ, ਰਾਈਟ। ਉਹਦੇ ਪ੍ਰਤੀ ਸਾਨੂੰ ਸਿੰਪੈਥੀ ਹੋਣੀ ਚਾਹੀਦੀ ਹੈ, ਹਮਦਰਦੀ ਵੀ ਉਹਨਾਂ ਨਾਲ ਜਤਾਉਣੀ ਪੈਣੀ ਜਿਹੜੀ ਇਸ ਸਮੱਸਿਆ 'ਚੋਂ ਗੁਜ਼ਰ ਰਹੇ। ਯੂ ਕਾਂਟ ਇਮੇਜਿਨ ਕਿ ਜਿਹੜੇ ਬੰਦੇ ਸਟ੍ਰੈਸ 'ਚ ਹੈ, ਡਿਪਰੈਸ਼ਨ 'ਚ ਹੈ, ਚਾਹੇ ਉਹ ਡਰੱਗਸ ਵਿੱਚ ਹੈ, ਰਾਈਟ। ਤਾਂ ਉਹ ਤਾਰਨੀਆਂ ਦੱਸਣਗੇ ਕਿ ਡਰੱਗਸ ਬਾਰੇ ਜਿਹੜਾ ਇਹਨਾਂ ਦਾ ਪਿਛਲੇ ਵਾਰ ਅਸੀਂ ਡਿਸਕਸ ਕਰ ਰਹੇ ਸੀ, ਤੇ ਡਰੱਗਸ ਬਾਰੇ ਕੀ ਗਵਰਨਮੈਂਟ ਕੀ ਕਹਿੰਦਾ ਡਰੱਗਸ ਬਾਰੇ, ਡਰੱਗਸ ਨੂੰ ਉਹ ਕੀ ਕਹਿ ਰਿਹਾ, ਇੱਕ ਐਕਸਪਲੇਨੇਸ਼ਨ ਹੈ ਜੋ वो ड्रग्स एडिक्शन बिल्कुल, वो पंजाब में तो सबसे बड़ी समस्या है। सबसे बड़ी समस्या है। वो क्यों है? क्योंकि बचपन में सेफ्टी नहीं मिली, जो प्रीतपाल जी कह रहे थे। बचपन में जब सेफ्टी नहीं मिलती है तो हमारे दिमाग में और हमारे शरीर को पता नहीं होता कि सेफ्टी हम लाए कहाँ से। सेफ्टी से शांति आती है अंदर। अगर आपको लगेगा कि अगर हम सेफ नहीं हैं तो शांति भी नहीं आएगी। नहीं आएगी। कहाँ लाओगे शांति? दिमाग चलता रहेगा, चलता रहेगा, चलता रहेगा, चलता रहेगा। ड्रग्स क्या करते हैं? अगर किसी से भी पूछोगे एडिक्शन वाले से, क्या करेगा वो? क्या कहता है? भाई मुझे ना करके शांति मिल जाती है, मेरा दिमाग चुप हो जाता है। बिल्कुल, मेरा दिमाग शांत हो जाता है ये करके। मेरा दिमाग शांत हो जाता है। और गबोर माटे ये बोलते हैं, और मैं बिलीव भी करती हूँ बिल्कुल, कि एडिक्शन बुरी चीज़ है, लेकिन शर्मिंदगी की चीज़ नहीं है। क्योंकि एडिक्शन क्यों होती है? क्योंकि जब हमें सेफ्टी किसी बंदे से, अपने घर वालों से नहीं मिली, तो मुझे मिली एक ड्रग से, मुझे मिली दारू पीने से, मुझे मिली कुछ और ड्रग करने से। क्योंकि वो सेम चीज़ करता है। अगर मैं बचपन में, या मैं जब टीनेजर 13 साल के, सोचो 13-15 साल की हूँ मैं, मेरे घर में लड़ाइयाँ हो रही हैं, झगड़े हो रहे हैं, या मेरी कोई सुन नहीं रहा है, मुझे कोई देख नहीं रहा है, मेरा कोई ख्याल नहीं रख रहा है, तो मेरा दिमाग चलता रहेगा, शांत नहीं होगा।
मेरा दिमाग बोलता रहेगा अंदर ही अंदर, अंदर ही अंदर। तो अब मैं कहाँ जाऊंगी या मैं क्या करूंगा? मैं फिर जाके ड्रग्स लूंगा कि भाई यहाँ शांति नहीं है, कहीं तो शांति मिले, किसी चीज से तो मुझे शांति मिले। क्योंकि दिमाग जब परेशान हो जाता है और स्ट्रेस हो जाता है ना, तब वो एक साइकिल के पहिए की तरह वो चलता ही रहता है, वो रुकता नहीं है जब तक कोई बाहर से आके बोले चल मैं तेरे सामने हूँ, मैं तेरे साथ बैठी हूँ या बैठा हूँ, अपनी दिल की बात मुझे पता। और अपनी दिल की बात मुझे पता, अपनी मन की बात मुझे पता। हम अपने खानदान के साथ ये नहीं कर पाते, ना अपने दोस्तों के साथ पूरी अपनी दिल की बात बोल पाते हैं, क्योंकि हमारे अंदर एक वो डर भी होता है कि ये मेरे बारे में क्या सोचेगा। बिल्कुल। ये मेरे बारे में कैसे सोचेगा, मेरे बारे में क्या कहेगा, आगे जाके किस किस को बोल देगा कि मेरे बारे में ये परेशानियां हैं। मजाक ही ना बना दे मेरी बात, मजाक ही ना बना दें। और होता भी है, होता भी है। वैसे ही है, मतलब कोई आदमी, कोई लड़का किसी अपने दोस्त से बोले कि मुझे इस बात की किसी भी तरह से किसी भी तरह की परेशानी है, तो कई बार होता है कि दोस्त मजाक बना देता है, तू तो लड़कियों जैसी बातें कर रहा है, तू तो लड़कियों की तरह बिहेव कर रहा है। तो इसी डर से वो अंदर अंदर रहता है। मतलब ये मतलब एक और बात है कि ये कह देते हैं कि लड़के रोते नहीं हैं। आप क्या मानते हो? सब रोते हैं और रोना बिल्कुल सही है, गलत बात नहीं है। ठीक है, रोना मैं तो बोलती हूँ, आप चाहे बोले कि मैं औरत हूँ इसलिए मैं बोल सकती हूँ, लेकिन मेरे आदमी लोग भी क्लाइंट हैं, मेरे लड़कियां भी और औरतें भी क्लाइंट हैं, और मैं सबको बोलती हूँ कि रोना बहुत नेचुरल चीज है हमारी, एक इंसान की, चाहे आप लड़का हो या लड़की हो। दुख बहुत नेचुरल चीज है हमारा। वो बचपन से ये शुरू हुआ था कि रोना, लड़के हो तुम रो नहीं सकते, क्योंकि वो उनको क्योंकि पहले जमाने में और अभी भी होता है कि आदमी और लड़के घर चलाने के लिए सबसे मेन बन जाते हैं। बिल्कुल, कि खर्चा पानी सब वो लाते हैं। तो वो उस तरीके से आया था बोलने के लिए कि अगर तुम रोगे तो फिर तुम्हारा दिमाग घूम जाएगा और फिर तुम काम नहीं कर पाओगे अपना और घर नहीं चला पाओगे। लेकिन अब वो उल्टा हो रहा है। नहीं रोने से, मैं वापस उसी पॉइंट पे आ रही हूँ कि बीमारियां बढ़ रही हैं। नहीं रोने से, क्योंकि जब वो दुख और दर्द अंदर रख के बैठे रहोगे सालों, तब एडिक्शन आएगी, तब बीमारियां आएंगी। ਜਿਵੇਂ ਕਿਹਾ ਜਾਂਦਾ ਕਿ ਸਪਰੈਸ਼ਨ ਆਫ, ਜਿਵੇਂ ਅਸੀਂ ਕਹਿੰਦੇ ਕਿ ਕੈਂਸਰ, ਅਕਿਊਟ ਕਿਡਨੀ ਫੇਲੀਅਰਸ ਜਾਂ ਸਕਿਨ ਡਿਜ਼ੀਜ਼ ਜਾਂ ਸੋਰਾਇਸਿਸ ਨੇ ਤਕਰੀਬਨ 90 ਦੇ ਆਸ-ਪਾਸ ਜਿਹੜੀਆਂ ਹੁਣ ਜਰਨਲ ਮੈਡੀਕਲ ਜਿਹੜੀਆਂ ਸਾਈਕੋਲੋਜੀ ਜਰਨਲ ਦੇ ਵਿੱਚ ਛਪੀਆਂ ਜਿਹੜੀਆਂ, ਤਾਂ 90 ਦੇ ਆਸ-ਪਾਸ ਜਿਹੜੀਆਂ ਕ੍ਰੋਨਿਕ ਡਿਜ਼ੀਜ਼ ਨੇ, ਪੁਰਾਣੀਆਂ ਲੰਬੇ ਚੱਲਣ ਵਾਲੀਆਂ ਬਿਮਾਰੀਆਂ ਜਿਹੜੀਆਂ, ਉਹ ਕਹਿੰਦੇ ਸਪਰੈਸ਼ਨ ਆਫ ਇਮੋਸ਼ਨਸ ਆ। ਤੁਸੀਂ ਆਪਣੇ ਇਮੋਸ਼ਨਸ ਨੂੰ ਦਬਾਉਂਦੇ ਹੋ ਜਦੋਂ, ਇਹ ਸਪਰੈਸ਼ਨ ਆਫ ਇਮੋਸ਼ਨਸ ਹੈ। ਮੈਂ ਇਹਨਾਂ ਦੀ ਗੱਲ ਉਹ ਕੰਟੀਨਿਊ ਪੂਰੀ ਕਰਦਾ ਕਿ ਗਵਰਨਮੈਂਟ ਹੀ ਕਹਿੰਦਾ ਕਿ ਜਿਹੜੀ ਤੂੰ ਡਰੱਗ ਲੈ ਰਿਹਾ ਤੂੰ ਇਹਦੇ ਪ੍ਰਤੀ ਅਸ਼ੇਮ ਨਾ ਕਰ, ਇਹਦੇ ਪ੍ਰਤੀ ਤੂੰ ਆਪਣੇ ਆਪ ਨੂੰ ਸ਼ਰਮ ਨਾ ਮੰਨ। ਇਹ ਸਮਝ ਵੀ ਤੇਰੀ ਇੱਕ ਫਿਲਹਾਲ ਤੇਰੀ ਇਹ ਦੋਸਤ ਹੈ ਜਿਹਦੇ ਕਰਕੇ ਅੱਜ ਤੱਕ ਤੂੰ ਜਿੰਦਾ ਹੈ। ਠੀਕ ਹੈ, ਰਾਈਟ। ਕਿਉਂਕਿ ਸਮਾਜ ਨੇ ਜਿਹਨੇ ਠੇਕਾ ਲਿਆ ਸੀ ਉਹ ਤਾਂ ਜਿਹੜੇ ਸਾਡੀ ਪੋਲੀਟੀਕਲ ਸੀ ਜਾਂ ਸੋਸ਼ਲ ਜਿਹੜੇ ਠੇਕੇਦਾਰ ਸੀਗੇ, ਪੋਲੀਟੀਕਲ ਠੇਕੇਦਾਰ ਸੀਗੇ, ਉਹ ਤਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਚੁੱਕੇ ਸੀ। ਤੂੰ ਡਰੱਗ ਕਿਸੇ ਕਾਰਨ ਤੋਂ ਹੀ ਲੱਗਿਆ ਹੈ ਤਾਂ ਉਹ ਤੇਰੀ ਫਿਲਹਾਲ ਤੇਰੇ ਲਈ ਸਰਵਾਈਵਰ ਹੈ, ਨਹੀਂ ਤਾਂ ਅੱਜ ਤੋਂ ਪਹਿਲਾਂ ਹੀ ਤੂੰ ਮਰ ਚੁੱਕਿਆ ਹੁੰਦਾ। ਐਗਜ਼ੈਕਟਲੀ, ਹੈ ਨਾ। ਜੇ ਨਾ ਹੁੰਦੀ ਤਾਂ ਫਿਲਹਾਲ ਇਹ ਤੂੰ ਸ਼ਰਮਾ ਨਾ, ਇਹਦਾ ਹੱਲ ਲਈ ਤੂੰ ਠੀਕ ਹੈ, ਤੂੰ ਆਪਣਾ ਕੋਈ ਦੋਸਤ ਲੱਭ ਜਿਹੜਾ ਇਹਦਾ ਹੋਰ ਹੱਲ ਦੇ ਸਕੇ, ਜਾਂ ਕੋਈ ਸਮਾਜ ਦੇਵੇ ਫਿਰ ਉਹਦਾ ਹੱਲ, ਸੁਸਾਇਟੀ ਸਾਡੀ ਦੇਵੇ, ਡਾਕਟਰਸ ਦੇਣ, ਇਹ ਸਾਰੇ ਸਾਡਾ ਉਹਦੇ 'ਚ ਹੱਲ ਦੇਣ। ਸੋ ਇਸੇ ਤਰ੍ਹਾਂ ਹੀ ਜਿਹੜੀ ਬਿਮਾਰੀਆਂ ਦੀ ਗੱਲ ਆਉਂਦੀ ਕਿ ਜਦੋਂ ਅਸੀਂ ਬਿਮਾਰੀਆਂ ਨੂੰ ਸਪਰੈਸ ਕਰਦੇ ਨੇ, ਉਹ ਇਮੋਸ਼ਨਸ ਕਿਤੇ ਨੇ ਨਿਕਲਣ, ਬਰਸਟ ਤਾਂ ਉਹਨੇ ਹੋਣਾ ਹੀ ਆ। ਗੁੱਸਾ, ਰੋਣਾ ਐਂਡ ਸਾਡਾ ਪਸੀਨਾ ਆਉਣਾ, ਹੈ ਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਉਹ ਦੋਸਤ ਨੇ। ਜੇ ਗੁੱਸਾ ਨਾ ਹੋਵੇ ਸਮਝੋ ਵਿਅਕਤੀ ਨੂੰ, ਤੇ ਜੇ ਰੋਣਾ ਨਾ ਹੋਵੇ ਵਿਅਕਤੀ ਨੂੰ, ਤੇ ਹਾਸਾ ਨਾ ਹੋਵੇ ਵਿਅਕਤੀ ਨੂੰ, ਤਾਂ ਆਦਮੀ ਕਦੋਂ ਦਾ ਫਟ ਕੇ ਮਰ ਜੇ।
ਜੇ ਬੰਦੇ ਨੂੰ ਗੁੱਸਾ ਨਾ ਆਵੇ ਤਾਂ ਸਮਝੋ ਬਹੁਤ ਵੱਡੀ ਬਿਮਾਰੀ। ਉਹ ਫਿਰ ਤੁਹਾਡੇ ਸਮਾਜ ਨਾਲ ਐਸੋਸੀਏਟ ਹੀ ਨਹੀਂ ਹੈਗਾ, ਉਹਦਾ ਕਨੈਕਸ਼ਨ ਬਣ ਜਾਂਦਾ, ਫਿਰ ਉਹ ਪਾਗਲ ਹੋ ਚੁੱਕਿਆ। ਜੇ ਤੁਸੀਂ ਕਹਿ ਰਹੇ ਵੀ ਸਭ ਕੁਝ ਹੁੰਦੇ ਹੋਏ ਉਹਨੂੰ ਗੁੱਸਾ ਨਹੀਂ ਆ ਰਿਹਾ, ਤਾਂ ਮਤਲਬ ਉਹਦਾ ਦਿਮਾਗ ਹੁਣ ਕੰਮ ਸੁਸਾਇਟੀ ਨਾਲ ਕੱਟਿਆ ਗਿਆ, ਉਹ ਦਿਮਾਗ ਕੰਮ ਹੀ ਨਹੀਂ ਕਰ ਰਿਹਾ ਉਸ ਦਾ। ਤਾਂ ਉਹਦੇ ਵਿੱਚ ਉਹਨੂੰ ਚੈਨਲਾਈਜ਼ ਕਿਵੇਂ ਕਰਨਾ ਹੈ, ਉਹ ਅਲੱਗ-ਅਲੱਗ ਟੈਕਨੀਕਸ ਹੁੰਦੀਆਂ ਕਿ ਤੁਸੀਂ ਉਸ ਨੂੰ ਕਿਵੇਂ ਆਪਣੇ ਆਪ ਨੂੰ ਰਿਲੈਕਸ ਕਿਵੇਂ ਕਰ ਸਕਦੇ ਹੋ। ਫਿਲਹਾਲ ਸਾਡੇ ਸਮਾਜ ਦੇ ਵਿੱਚ ਕਿ ਇਹ ਤਾਂ ਗੱਲ ਠੀਕ ਹੈ, ਸਾਨੂੰ ਕਾਰਨ ਤਾਂ ਲਗਭਗ ਅੱਜ ਅਸੀਂ ਪਹਿਲੇ ਨਹੀਂ ਇਹ ਦੱਸ ਰਹੇ ਹਾਂ, ਕਾਰਨ ਤਾਂ ਦੱਸ ਰਹੇ ਹਾਂ, ਲੇਕਿਨ ਇਹਦਾ ਸੋਲੂਸ਼ਨ ਜਿਹੜਾ ਹੈਗਾ ਉਹ ਨਹੀਂ ਹੈਗਾ। ਸੁਜੈਸ਼ਨ ਹਰ ਕੋਲੇ ਹੈ, ਸੋਲੂਸ਼ਨ ਕਿਸੇ ਕੋਲੇ ਨਹੀਂ ਹੈ। ਸੁਜੈਸ਼ਨ ਤੁਹਾਨੂੰ ਤਰੇ ਦੇ ਦੇਣਗੇ ਵੀ ਯਾਰ ਤੂੰ ਐਂ ਕਰਿਆ ਕਰ, ਉਹ ਨਹੀਂ ਪਤਾ ਵੀ ਉਹ ਤਾਂ ਵਿਚਾਰਾ ਰੋਜ਼ ਹੀ ਸੁਣਦਾ ਜੀ ਗੱਲਾਂ। ਸਲਾਹ ਦੇ ਦੇਣਗੇ, ਸਲਾਹ ਹੈ, ਸਲਾਹ ਨਾਲ ਉਹ ਸਗੋਂ ਉਹ ਤਾਂ ਖਾਲੀ ਹੋਣ ਆਇਆ ਸੀ ਸਾਡੇ ਕੋਲੇ, ਕੁਝ ਦੱਸਣ ਆਇਆ ਸੀ ਵੀ ਮੈਂ ਖਾਲੀ ਹੋ ਜਾਵਾਂਗਾ, ਤਾਂ ਆਪਾਂ 5-7 ਹੋਰ ਦੇ ਕੇ ਤੋਰਤੀਆਂ ਉਸਨੂੰ, ਰਾਈਟ। ਤੋ ਐਮਟੀਨੈਸ ਜਿਹੜੀ ਹੈਗੀ ਹੈ ਉਹ ਘਾਟ ਹੈ, ਵੀ ਖਾਲੀਪਨ ਦੀ ਘਾਟ ਹੈ। ਜਿਵੇਂ ਅਸੀਂ ਸਕੂਲ ਦੇ ਵਿੱਚ ਵੀ ਕਹਿੰਦੇ ਹਾਂ ਨਾ ਵੀ ਬੱਚਿਆਂ ਨੂੰ ਅਰਲੀ ਸਕੂਲਿੰਗ ਜਿਹੜੀ ਤੁਸੀਂ ਕਰ ਰਹੇ ਹੋ, ਅਰਲੀ ਸਕੂਲਿੰਗ ਕਰਕੇ 3 ਸਾਲ ਤੋਂ ਪਹਿਲਾਂ ਹੀ ਬੱਚਿਆਂ ਨੂੰ ਅਰਲੀ ਸਕੂਲਿੰਗ ਕਰਤੀ ਤੁਸੀਂ, ਮਤਲਬ ਤੁਸੀਂ ਅੱਜ ਤੋਂ ਇਹਨੂੰ ਭਰਨਾ ਸ਼ੁਰੂ ਕਰਤਾ। ਆਪਾਂ ਕਹਿੰਦੇ ਨਹੀਂ ਪਿੱਛੇ ਨਾ ਹੋ ਜਾਏ, ਪਿੱਛੇ ਕਾਹਤੋਂ ਨਾ ਹੋ ਜਾਏ, ਮਤਲਬ ਭਰਨਾ ਹੈ ਨਾ ਤੁਸੀਂ ਉਸਨੂੰ, ਵੀ ਨੌਲੇਜ ਲੈ ਲੈ, ਉਹ ਲੈ ਲੈ, ਇਹਨੂੰ ਭਰਨਾ ਸ਼ੁਰੂ ਕਰ ਦੇ। ਫਿਰ ਜਦੋਂ 40 ਦੇ ਪਲੱਸ ਏਜ ਆਉਂਦੀ ਹੈ ਨਾ, ਬਹੁਤ ਜ਼ਿਆਦਾ ਇੰਟਲੈਕਚੁਅਲ ਜਿਹੜੇ ਸੋਸ਼ਲ ਜਿਹੜੇ ਹੁਣ 90 ਵਾਲੀ ਦੌਰ 'ਚ ਹੈਗੇ, 90% ਲੈ ਕੇ ਆਉਣ ਵਾਲੇ ਨਾ, ਇਹੀ ਫਿਰ 40-45 ਸਾਲ ਬਾਅਦ ਕਹਿੰਦੇ ਹੁਣ ਖਾਲੀ ਹੋ ਜਾਈਏ, ਕਿਸੇ ਸਤਸੰਗ 'ਚ ਜਾਈਏ, ਕਿਸੇ ਮੈਡੀਟੇਸ਼ਨ 'ਚ ਜਾਈਏ, ਯੋਗਾ 'ਚ ਜਾਈਏ, ਫਿਰ ਕਹਿੰਦੇ ਖਾਲੀ ਕਰਨਾ, ਭਰਿਆ ਬਹੁਤ ਕੁਛ ਪਿਆ, ਰਾਈਟ। ਭਰਨ ਵਾਲੇ ਵੀ ਅਸੀਂ। ਤਾਂ ਸਾਡੀ ਜਿਹੜੀ ਪਰਵਿਸ਼ ਹੈ ਬੱਚਿਆਂ ਦੇ ਪ੍ਰਤੀ ਵੀ ਉਵੇਂ ਹੋਣੀ ਚਾਹੀਦੀ ਹੈ ਕਿ ਸਾਨੂੰ ਅਰਲੀ ਸਕੂਲਿੰਗ ਵਾਲੇ ਪਾਸੇ ਵੀ ਨਹੀਂ ਲੈ ਕੇ ਆਉਣਾ ਚਾਹੀਦਾ, ਉਹਨੂੰ ਓਵਰ ਸਟੱਡੀ ਦਾ ਬਰਡਨ ਵੀ ਨਹੀਂ ਦੇਣਾ ਚਾਹੀਦਾ। ਉਹ ਵੀ ਉਹਦਾ ਹਰ ਚੀਜ਼ ਸਮਝੋ। ਜਿਹੜਾ ਅੱਜ ਤੁਸੀਂ ਇਹ ਸਮਾਜ ਦੇ ਵਿੱਚ ਦੇਖ ਰਹੇ ਹੋ, ਜਿਹੜੀ ਕੁਰੀਤੀਆਂ ਆਈਆਂ ਹੋਈਆਂ ਨਾ, ਇਹਦੇ 'ਚ ਕਿਤੇ ਨਾ ਕਿਤੇ ਸਾਡਾ ਹੀ ਭਰਿਆ ਹੋਇਆ ਉਹਨਾਂ ਨੂੰ, ਕਿਉਂਕਿ ਅਸੀਂ ਸੋਚਦੇ ਸੀ ਅਸੀਂ ਬਹੁਤ ਵੱਡੇ ਕਾਰੀਗਰ ਹਾਂ, ਅਸੀਂ ਐਂ ਬਣਾ ਦਾਂਗੇ। ਸਾਡੇ ਮਾਂ ਬਾਪ ਨੂੰ ਤਾਂ ਪਤਾ ਹੀ ਕੱਖ ਨਹੀਂ ਸੀਗਾ, ਉਹਨਾਂ ਨੇ ਸਾਨੂੰ ਹਲਕੇ 'ਚ ਛੱਡਿਆ ਸੀਗਾ। ਫਿਜ਼ੀਕਲ ਕੰਮ ਜ਼ਿਆਦਾ ਸੀ, ਮੈਂਟਲੀ ਬਰਡਨ ਘੱਟ ਹੁੰਦਾ ਸੀ, ਵੀ ਟੈਨਸ਼ਨ ਨਹੀਂ ਲੈਣੀ ਯਾਰ ਪੁੱਤ, ਤੂੰ ਤੇਰੇ ਨਾਲ ਖੜਾ ਮੈਂ। ਹੁਣ ਕਹਿੰਦੇ ਤੂੰ ਪਤਾ ਤੂੰ ਟੈਨਸ਼ਨ ਕਿਉਂ ਨਹੀਂ ਲੈਂਦਾ, ਹੱਸੀ ਕਿਉਂ ਜਾਂਦਾ ਹੈ, ਸਾਰਾ ਦਿਨ ਦੰਦ ਕਿਉਂ ਕੱਢੀ ਜਾਂਦੇ। ਬਿਲਕੁਲ ਇਹ ਵੀ ਵੱਡੀ ਸਮੱਸਿਆ ਵੀ ਉਹ ਖੁਸ਼ ਕਿਉਂ ਹੈ। ਸਾਨੂੰ ਇਹ ਸਭ ਤੋਂ ਮਾਂ ਬਾਪ ਨੂੰ ਚਿੰਤਾ ਹੁੰਦੀ ਹੈ ਓਵਰ ਖੁਸ਼ ਕਿਉਂ ਹੈ, ਰਾਈਟ। ਤਾਂ ਉਹਨੂੰ ਕਿਵੇਂ ਕੋਈ ਟੈਨਸ਼ਨ दीजिए सो दैट। बिल्कुल। एक बच्चों के बारे में बात हो गई, यूथ के बारे में नशा, मतलब मेनली नशा है, और वो भी मैड लाइफ की अगर बात करनी हो, आजकल बहुत बड़ी समस्या है कि आप देख रहे हो कि डिवोर्स भी हो रहे हैं, और अगर रह रहे हैं तो वो भी एक टाइम पास कर रहे हैं कि बस रहना है। इसके बारे में आप क्या सोचते हो, कैसे देखते हो कि इतना डिस्टर्ब क्यों हो गया ये, मतलब ये जो मैरिज संस्था है इतनी डिस्टर्ब क्यों हो चुकी है, क्या बात है? एक दूसरे को समझते नहीं है, या एक दूसरे से इच्छाएँ बहुत ज़्यादा बढ़ गई हैं कि ये ऐसे करे वैसे करे, इसलिए है? या पुराने समय में होता था कि एक मतलब जो औरत थी वो दब जाती थी और चलता था? क्या बात है जो इतनी डिस्टर्बेशन हुई, इतनी बढ़ गई है इसमें? तो काफ़ी चीज़ें हैं, एक जवाब नहीं है इस चीज़ का। ओके। एक रीज़न नहीं है। एक रीज़न नहीं। ठीक है, शुरू करते हैं। पहले तो हमारे में पेशेंस नहीं रही है एक दूसरे के लिए। ठीक है। पहले ज़माने में क्या होता था, शादी होती थी, पता होता था कि भाई इसी के साथ ज़िंदगी बितानी है, चाहे कुछ भी हो जाए, चाहे कैसे भी, इधर उधर, बट बतानी यही है। चॉइस नहीं है हमारे पास। अब चॉइस बहुत हो गई है। अब होता है कि हाँ, जैसे ये डेटिंग ऐप्स इतनी है, अब होता है कि हाँ इससे नहीं बनी एक और मिल जाएगा, उससे नहीं बनी एक और मिल जाएगी, यहाँ कर लूँगी वहाँ कर लूँगा, इसके पास चला जाऊँगा। बिल्कुल, क्योंकि चॉइस आ गई है, बहुत चॉइस आ गई है। मेरी माँ ने एक्चुअली मुझे कहा था कुछ साल पहले कि तुम इस टाइम पे बड़ी हो रही हो, लेकिन अगर कभी तुम्हें कोई लगे कि तुम्हें किसी के साथ ज़िंदगी बितानी है, तो वो काम होता है, वो काम करना होता है दोनों को मिलके, हर रोज़ उठ के एक दूसरे को चूज़ करना होता है कि हाँ हम दोनों साथ में हैं, हम दोनों फिर इसको करेंगे। क्योंकि सबसे बड़ी चीज़ ये है कि चेंज, बदलाव सबसे कांस्टेंट चीज़ है हमारी ज़िंदगी में। सब बदलते हैं, आप बदलते हैं, मैं बदलती हूँ, हम सेम जने नहीं होते हैं।
और हमें लगता है कि हम एक दूसरे के साथ होंगे, शादी करेंगे तो वो भी सेम रहेगा, मैं भी सेम रहूंगी। बिल्कुल। बट वो नहीं होता। बदलाव सबसे ज़्यादा चलता रहता है, घूमता रहता है, तो वो एक्सेप्टेंस नहीं होती कि बदल कैसे गए। अरे आप भी तो बदल गए, सब बदलते हैं। चॉइस ये होती है कि उस बदलाव के साथ हम वापस कैसे एक साथ रहें, एक साथ काम करें। और फिर बाहर की दुनिया देखना, इतना जो हमारा फ़ोन के साथ एक्सपोजर हो गया है कि अच्छा ये ऐसे कर रहे हैं, वो वैसे कर रहे हैं, ये कपल यहाँ जा रहा है, ये वहाँ जा रहे हैं, हम क्यों नहीं कर रहे? बिल्कुल, ये तो बहुत है। हम हमारे साथ क्यों नहीं है? ये कितने खुश हैं, ये कितने खुश हैं। बट हम ये छोटी चीज़ भूल जाते हैं कि सोशल मीडिया भी बहुत चीज़ें दिखाते हैं, और लोग जो दिखाते हैं, जो चाहते हैं दिखाना, तो हमें क्या पता उनके पीछे की कहानी क्या है। और फिर वो हस्बैंड वाइफ में चिक होती है, और फिर वो पेशेंस नहीं है, सब्र है ही नहीं एक दूसरे के लिए, तो कहते हैं चल टाटा बाय बाय। या फिर इतने हमने सुसाइड केसेस भी देखते हैं कि हस्बैंड वाइफ में झगड़ा हुआ, एक ने जाके सुसाइड कर लिया। क्योंकि जब इंसान को अपने अंदर की जो चीज़ें, जैसे प्रजपाल जी ने कहा इमोशनल सप्रेशन, इतने इमोशंस हम दबा के बैठे हैं, अंदर बैठे हैं और भूल जाते हैं उनके बारे में, तो फिर उसके बाद वो एक पॉइंट पहुंच जाएगा और एक छोटी सी चीज़ तुम्हें कहेगी, एक छोटी सी भी चीज़ होगी और तुम बोलोगे अच्छा मेरा हो गया। पर वो छोटी चीज़ के बारे में नहीं होती, जो इतने सालों का तुम्हारा इमोशन अंदर बैठा होता है, वो सब एक बार में निकल रहा होता है। मतलब कैपेसिटी कंप्लीट हो जाती है। हमें लगता है कि बहुत कैपेसिटी है, बट इतनी कैपेसिटी नहीं होती हमारे अंदर। बिल्कुल। ਜਾਂ ਉਹਦੇ ਵਿੱਚ ਇੱਕ ਗੱਲ ਮੈਂ ਥੋੜਾ ਐਡ ਆਨ ਕਰਦਾ ਕਿ ਜਨਰਲੀ ਅਸੀਂ ਡਿਸਕਸ ਕਰ ਰਹੇ ਸੀ, ਸਾਨੂੰ ਸਾਈਕੋਲੋਜੀ 'ਚ ਪੜ੍ਹਾਇਆ ਜਾਂਦਾ ਕਿ ਮਨੁੱਖ ਦੇ ਅੰਦਰ ਇੱਕ ਰੈਪਟੀਲੀਅਨ ਬ੍ਰੇਨ ਵੀ ਹੁੰਦਾ ਹੈ, ਰਾਈਟ। ਜਿਵੇਂ ਮਨੁੱਖ ਵੈਲੂ ਹੋਇਆ ਨਾ ਬਾਂਦਰ ਤੋਂ, ਜਿਵੇਂ ਇੱਕ ਪੀੜ੍ਹੀ ਚੇਂਜ ਚੱਲੀ ਸਾਡੀ, ਕਹਿੰਦੇ ਉਹ ਗਿਆ ਕਿਤੇ ਨਹੀਂ ਹੈ, ਉਹ ਤੁਹਾਡੇ ਅੰਦਰ ਹੀ ਹੈ, ਰਾਈਟ। ਰੈਪਟੀਲੀਅਨ ਬ੍ਰੇਨ ਹੁੰਦਾ, ਜਿਵੇਂ ਪਸ਼ੂ ਆਪਾਂ ਕਹਿੰਦੇ ਪਸ਼ੂ ਜਾਗ ਪਿਆ ਦਾ, ਉਹ ਕੋਈ ਕਹਾਵਤਾਂ ਜਿਹੜੀਆਂ ਬਣਦੀਆਂ ਨੇ, ਸ਼ਾਇਦ ਇਹ ਜਦੋਂ ਪੜ੍ਹਦੇ ਆ ਉਦੋਂ ਲੱਗਦਾ ਯਾਰ ਇਹ ਕਹਾਵਤ ਕਿਤੇ ਬੋਲੀ ਵੀ ਲੱਗਦੀ ਹੈ, ਪਹਿਲਾਂ ਗੱਲ ਤਾਂ ਉੱਥੇ ਹੀ ਮਿਲਦੀ ਆ। ਤਾਂ ਉਹ ਪਸ਼ੂ ਦਿਮਾਗ ਇੱਕ ਵਾਰੀ ਜਾਗ ਪੈਂਦਾ ਉਦੋਂ। ਹੁਣ ਪਸ਼ੂ ਕਿਸ ਤਰ੍ਹਾਂ ਗੱਲ ਕਰਦਾ, ਜਿੱਥੇ ਉਹਨੂੰ ਲੱਗਦਾ ਡਿਫੈਂਸ ਲੈਣਾ ਉੱਥੇ ਡਿਫੈਂਸ ਵੀ ਲੈਂਦਾ ਉਹ, ਜਿੱਥੇ ਕਦੇ ਉਹਨੇ ਅਫੈਂਸਿਵ ਹੋਣਾ ਉਹ ਅਫੈਂਸਿਵ ਵੀ ਹੁੰਦਾ, ਉਹ ਫਿਰ ਜਦੋਂ ਅਫੈਂਸਿਵ ਹੁੰਦਾ ਫਿਰ ਆੜ ਤਾੜ ਸਭ ਕੁਛ ਉਜਾੜ ਦਿੰਦਾ, ਰਾਈਟ। ਤਾਂ ਉਹ ਰੈਪਟੀਲੀਅਨ ਬ੍ਰੇਨ ਜਿਹੜਾ ਹੈਗਾ ਉਹ ਐਕਟੀਵੇਟ ਹੋ ਜਾਂਦਾ ਉਦੋਂ, ਔਰ ਉਹ ਤਰ੍ਹਾਂ ਤਰ੍ਹਾਂ ਦੇ ਬਾਂਦਰ ਵਾਲੀਆਂ ਤਰ੍ਹਾਂ ਹੀ ਹਰਕਤਾਂ ਕਰਦਾ ਹੈ, ਰਾਈਟ। ਤਾਂ ਜਦੋਂ ਉਹ ਐਕਟੀਵੇਟ ਹੁੰਦਾ ਉਦੋਂ ਫਿਰ ਇਹ ਨਹੀਂ ਦੇਖਦਾ ਵੀ ਇਹਦਾ ਅਗਲਾ ਪਿਛਲਾ ਕੀ ਹੈ, ਉਹ ਫਿਰ ਸਾਰੇ ਚਿੱਠੇ ਖੋਲ੍ਹ ਕੇ ਰੱਖ ਦਿੰਦਾ। ਐਂਡ ਜਿਹੜੇ ਉਸ ਬ੍ਰੇਨ ਦੇ ਉੱਤੇ ਕਾਬੂ ਨਹੀਂ ਕਰ ਸਕਦੇ, ਉੱਥੇ ਸਮੱਸਿਆ ਫਿਰ ਹੋਣੀ ਹੀ ਹੋਣੀ ਹੈ। ਬਿਲਕੁਲ। ਮਤਲਬ ਇੱਕ ਬਿਹੇਵੀਅਰ ਹੁੰਦਾ ਹੈ ਕਿ ਇੱਕ ਸਮੇਂ 'ਤੇ ਤਾਂ ਕੋਈ ਨੋਰਮਲ ਚੱਲੀ ਜਾਂਦਾ, ਬਿਲਕੁਲ ਐਂ ਲੱਗਦਾ ਹੀ ਨਹੀਂ ਕਿ ਬੰਦੇ ਨੂੰ ਕੋਈ ਪ੍ਰੋਬਲਮ ਹੈ ਜਾਂ ਆਪਸ 'ਚ ਕੋਈ ਦਿੱਕਤ ਹੈ। ਪਤਾ ਹੀ ਨਹੀਂ ਕਿਹੜੇ ਪੁਆਇੰਟ ਦੇ ਉੱਤੇ ਇਸ ਤਰੀਕੇ ਨਾਲ ਬਿਹੇਵ ਕਰ ਦੇਣਾ ਕਿ ਬਸ ਅੱਜ ਖਤਮ ਹੀ ਹੋ ਜਾਏ। ਉਹ ਦੋ ਤਰ੍ਹਾਂ ਬਿਹੇਵ ਕਰਨਗੇ ਐਟ ਅ ਟਾਈਮ। ਜੇ ਆਪਣੇ ਬੌਸ ਦੇ ਕੋਲੇ ਬੈਠੇ ਆ ਉਦੋਂ ਉਹਨਾਂ ਦਾ ਬਿਹੇਵੀਅਰ ਡਿਫਰੈਂਟ, ਜਦੋਂ ਆਪਦੇ ਜਵਾਕ ਕੋਲ ਬੈਠੇ ਉਹਦਾ ਬਿਹੇਵੀਅਰ ਡਿਫਰੈਂਟ ਹੈ, ਜਦੋਂ ਆਪਦੇ ਹੇਠਲੇ ਕੋਲੇ ਬੈਠੇ ਉਹਦਾ ਬਿਹੇਵੀਅਰ ਡਿਫਰੈਂਟ ਹੈ। ਬਿਲਕੁਲ। ਤਾਂ ਇਸੇ ਨੂੰ ਕਹਿੰਦੇ ਪਸ਼ੂ ਦਿਮਾਗ ਹੈ, ਤਾਂ ਰਾਈਟ। ਇਹ ਰੈਪਟੀਲੀਅਨ ਮਾਈਂਡ ਦੀ ਕਹਾਣੀ ਹੁੰਦੀ ਹੈ। ਜਦੋਂ ਇਹ ਇੰਟੀਗ੍ਰੇਟਿਡ ਨਾ ਹੋਵੇ, ਉਹ ਮਤਲਬ ਬੋਡੀ ਨਾਲ ਅਸਲ 'ਚ ਕੀ ਹੈ, ਅਸੀਂ ਮਾਈਂਡ ਅਤੇ ਬੋਡੀ ਨਾਲ ਕਨੈਕਟਡ ਨਹੀਂ ਹਾਂ। ਠੀਕ ਹੈ। ਅਸੀਂ ਮੈਕਸੀਮਮ ਦਿਮਾਗ 'ਚ ਰਹਿੰਦੇ ਹਾਂ, ਬੋਡੀ ਨੂੰ ਤਾਂ ਲੈ ਕੇ ਘੁੰਮ ਹੀ ਰਹੇ ਹਾਂ, ਚੱਲ ਰਹੀ ਆ ਬੋਡੀ 'ਤੇ। ਜਿਵੇਂ ਨਹੀਂ ਹੁੰਦਾ ਵੀ ਯਾਰ ਕਿਸੇ ਮਜ਼ਦੂਰ ਜਾਂ ਬੰਦੇ ਨੂੰ ਕੋਈ ਸੀਟੀ ਟੁਰ ਜਾਂਦੇ ਹੁੰਦੇ ਆ, ਉਵੇਂ ਮਜ਼ਦੂਰ ਹੈ, ਦਿਮਾਗ ਹੀ ਘੁੰਮ ਕਿਸੇ ਇਹ ਨਹੀਂ ਪੈਰ ਕਿੱਥੇ ਵੱਜ ਰਿਹਾ, ਗੋਡੇ ਕਿੱਥੇ ਵੱਜੀ, ਇਹ ਨਹੀਂ ਪਤਾ ਲੱਗਦਾ ਉਸਨੂੰ, ਡਿੱਗ ਕਦੋਂ ਰਿਹਾ। ਤਾਂ ਅਸੀਂ ਮਾਈਂਡ ਅਤੇ ਬੋਡੀ ਦਾ ਕਨੈਕਸ਼ਨ ਨਹੀਂ ਬਣਾ ਸਕਦੇ ਜਦੋਂ ਤੁਸੀਂ ਬੋਡੀ ਦੇ ਵਿੱਚ ਨਹੀਂ ਰਹਿੰਦੇ, ਸਿਰਫ ਮਾਈਂਡ ਦੇ ਵਿੱਚ ਰਹਿੰਦੇ ਹੋ, ਅਵੇਅਰਨੈਸ ਨਹੀਂ ਹੈ ਤੁਹਾਨੂੰ ਫੁੱਲ ਬੋਡੀ ਦੀ। ਤਾਂ ਉਦੋਂ ਫਿਰ ਉਹ ਰੈਪਟੀਲੀਅਨ ਬ੍ਰੇਨ ਤੁਹਾਡਾ ਓਵਰ ਐਕਟੀਵੇਟਡ ਰਹੂਗਾ ਅਤੇ ਉਹ ਫਿਰ ਪਸ਼ੂਆਂ ਵਾਲੀ ਤਰ੍ਹਾਂ ਹੀ ਬਿਹੇਵ ਕਰੂਗਾ। ਤੁਸੀਂ ਦੇਖਦੇ ਵੀ ਹੋ ਕਿ 1 ਮਿੰਟ ਦੇ ਵਿੱਚ ਬਿਹੇਵੀਅਰ ਡਿਫਰੈਂਟ ਹੈ, ਦੂਸਰੇ ਮਿੰਟ 'ਚ ਡਿਫਰੈਂਟ ਹੈ, ਤੀਸਰੇ 'ਚ ਡਿਫਰੈਂਟ ਹੈ। ਤਾਂ ਉਹ ਲੋਕਾਂ ਦੀ ਤੁਸੀਂ ਵੈਸੇ ਵੀ ਹਿਸਟਰੀ ਚੈੱਕ ਕਰੋਗੇ ਤਾਂ ਉਹ ਹੁਣ ਇਹਨਾਂ ਤੁਸੀਂ ਇਹ ਤਕਰੀਬਨ 10 ਸਾਲਾਂ 'ਚ ਇਹ ਸਮੱਸਿਆ ਵਧੀਆਂ ਜ਼ਿਆਦਾ ਹੋਈਆਂ।
ਪਹਿਲਾਂ ਇਹ ਗੱਲਾਂ ਇੰਨੀਆਂ ਕੋਰਟ 'ਚ ਅਸੀਂ ਵੀ ਬੈਠੇ ਰਹੇ ਨੇ ਦੋਸਤਾਂ ਕੋਲੇ, ਤੇ ਉਦੋਂ ਇੰਨਾ ਨਹੀਂ ਸੀ ਜਿੰਨਾ 10-12 ਸਾਲਾਂ 'ਚ ਵਧੀਆਂ, ਕਿਉਂਕਿ ਅਸੀਂ ਸੋਸ਼ਲ ਮੀਡੀਆ ਓਵਰ ਯੂਜ਼ਡ ਹੈ, ਮੋਬਾਈਲ ਓਵਰ ਯੂਜ਼ਡ ਹੈ, ਸਕਰੀਨਿੰਗ ਵੱਧ ਗਈ ਹੈ। ਜਦੋਂ ਮੋਬਾਈਲ ਸਕਰੀਨਿੰਗ ਵੱਧ ਜਾਂਦੀ ਹੈ ਤਾਂ ਤੁਸੀਂ ਬੋਡੀ 'ਚ ਹੁੰਦੇ ਹੀ ਨਹੀਂ ਹੋ, ਤੁਸੀਂ ਮਾਈਂਡ 'ਚ ਹੀ ਹੁੰਦੇ 24 ਐਕਟੀਵੇਟ ਕਰੀ ਜਾ ਰਹੇ ਹੋ ਬਿਨਾਂ ਮਤਲਬ ਐਕਟੀਵੇਟ। ਉਹ ਵੀ ਜਿੱਥੇ ਕਿਤੇ ਮਾੜਾ ਮੋਟਾ ਟਿਕਿਆ ਪਿਆ ਹੈ, ਜਿਹੜਾ ਪਸ਼ੂ ਦਿਮਾਗ ਹੈ, ਉਹ ਵੀ ਫਿਰ ਐਕਟੀਵੇਟ ਹੋਣਾ ਸ਼ੁਰੂ ਹੋ ਜਾਂਦਾ। ਉਹਨੂੰ ਇੱਕ ਵਾਰੀ ਐਕਟੀਵੇਟ ਹੋਣ ਦੀ ਆਦਤ ਪੈ ਗਈ, ਉਹ ਵਾਰੀ ਐਕਟੀਵੇਟ ਹੋਊਗਾ। ਤਾਂ ਬਿਨਾਂ ਕਾਰਨ ਜੇ ਸੁਬਾਹ ਹੀ ਇੱਕ ਵਾਰੀ ਐਕਟੀਵੇਟ ਹੋ ਗਿਆ ਨਾ, ਮੋਰਨਿੰਗ 'ਚ ਉੱਠਦੇ ਹੀ, ਫਿਰ ਸਾਰਾ ਦਿਨ ਸ਼ਾਮ ਤੱਕ ਜਦੋਂ ਤੁਸੀਂ ਸੌਂਦੇ ਨਹੀਂ ਉਦੋਂ ਤੱਕ ਚੱਲੀ ਹੀ ਜਾਣਾ ਉਸਨੇ। ਤਾਂ ਇਹ ਜਿਹੜੀ ਹੈ, ਇਹ ਵੀ ਇੱਕ ਕਾਰਨ ਸਾਨੂੰ ਲੱਗਦਾ ਕਿ ਜਿਹੜੇ ਘਰੇਲੂ ਜਿਹੜੇ ਵਿਕਾਰ ਵੱਧ ਰਹੇ ਆ, ਕਿ ਸਾਡੀ ਮਾਈਂਡ ਤੇ ਬੋਡੀ ਦੀ ਕੋਈ ਅਵੇਅਰਨੈਸ ਐਕਸਰਸਾਈਜ਼ ਹੈ ਹੀ ਨਹੀਂ। ਜੇ ਸੈਰ ਕਰਨ ਦਾ ਕਿਸੇ ਕੋਲ ਤਾਂ ਨੋ, ਸਾਡੇ ਕੋਲ ਟਾਈਮ ਨਹੀਂ ਹੈ, ਐਕਸਰਸਾਈਜ਼ ਹੀ ਕਰਨੀ ਨਹੀਂ ਹੈ, ਆਫਿਸ ਤਿਆਰ ਹੋ ਕੇ ਅਸੀਂ ਆਫਿਸ ਚਲੇ ਜਾਵਾਂਗੇ ਬਸ, ਫਿਰ ਕੀ ਇੱਕ ਲੈਕਚਰ ਦੇ ਕੇ ਪੁੱਠੇ ਆ ਜਾਣ ਦੈਟਸ, ਜਾਂ ਬੋਸ ਦਾ ਕੋਈ ਕੰਮ ਕਰਕੇ ਪੁੱਠੇ ਆ ਜਾਣ। ਉੱਥੇ ਵੀ ਸਾਡਾ ਮੋਰ ਦੈਨ ਸਾਡਾ ਕੰਮ ਜਿਹੜਾ ਫਿਜ਼ੀਕਲ ਹੋਣ ਦੇ ਬਜਾਏ, ਅਗਰ ਕਿਸੇ ਨੂੰ ਕਹਿ ਦੇ ਤਾਂ ਮੈਂ ਕਿਤਾਬ, ਕਹਿੰਦਾ ਮੈਂ ਕਿਤਾਬ ਉਹ 'ਚ ਮੋਬਾਈਲ 'ਚ ਹੀ ਪੜ੍ਹਨਾ ਹੁੰਦਾ ਨਾ, ਹੋਮਵਰਕ ਸਾਰਾ ਉਸ 'ਚ ਹੀ ਆਉਂਦਾ। ਤਾਂ ਇਸ ਕਰਕੇ ਅਸੀਂ ਸਕਰੀਨਿੰਗ ਬਹੁਤ ਹੋ ਗਈ ਹੈ, ਔਰ ਇਨਫੋਰਮੇਸ਼ਨ ਜਿਹੜੀ ਹੈ ਉਹ ਫੀਡ ਜ਼ਿਆਦਾ ਹੋ ਰਹੀ ਹੈ। ਅਸੀਂ ਪਹਿਲਾਂ 1-2 ਵਾਰੀ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਆਦਮੀ ਜਦੋਂ ਬੱਚਾ ਪੈਦਾ ਹੁੰਦਾ, ਉਹਦੀਆਂ 5 ਸੈਂਸਿਸ ਹੁੰਦੀਆਂ, ਉਹ 5 ਸੈਂਸਿਸ ਤੋਂ ਸਿੱਖਦਾ ਹੈ ਸਾਰੀਆਂ ਚੀਜ਼ਾਂ। ਉਹ ਹੌਲੀ ਹੌਲੀ ਕਰਕੇ ਸਿੱਖਦਾ ਹੈ, ਕਿਸੇ ਨੇ ਟੱਚ ਕੀਤਾ, ਕਿਸੇ ਨੇ ਮੈਨੂੰ ਦੇਖਿਆ, ਉਹ ਹੌਲੀ ਹੌਲੀ ਇਮੇਜ ਤਿਆਰ ਕਰਦਾ ਵੀ ਕਾਰ ਤੋਂ ਪਰੇ ਹੋਣਾ ਚਾਹੀਦਾ ਕਿ ਨਹੀਂ। ਉਹ ਬੜਾ ਹੌਲੀ ਹੌਲੀ ਪ੍ਰੋਸੈਸ ਸੀ ਸਿੱਖਣ ਦਾ। ਹੁਣ ਕੀ ਹੈ, ਜਦੋਂ ਦਾ ਮੋਬਾਈਲ ਸਕਰੀਨਿੰਗ, ਟੈਲੀਵਿਜ਼ਨ ਸਕਰੀਨਿੰਗ ਵਧੀ ਹੈ, ਤਾਂ ਉਹਦੇ ਨਾਲ ਕੀ ਹੋਇਆ ਕਿ ਸਿਰਫ 2 ਹੀ ਸੈਂਸਿਸ ਕੰਮ ਕਰ ਰਹੀਆਂ, 3 ਐਬਸੈਂਟ ਹੈ, ਟੱਚ, ਜੀਭ ਐਂਡ ਸਮੈਲ। ਇਹ 3 ਚੀਜ਼ਾਂ ਐਬਸੈਂਟ ਹੈ, 2 ਹੀ ਕੰਨ ਤੇ ਅੱਖ, ਇਹ 2 ਓਵਰ ਐਕਟੀਵੇਟਡ ਹੈ। ਸੁਣ ਰਿਹਾ ਦੇਖ ਰਿਹਾ, ਸੁਣ ਰਿਹਾ ਦੇਖ ਰਿਹਾ। ਤਾਂ ਸਾਡੀਆਂ ਜਿਹੜੀਆਂ 5 ਸੈਂਸਿਸ ਦਾ ਤਾਲਮੇਲ ਬੈਠ ਹੀ ਨਹੀਂ ਰਿਹਾ, ਇਹਨੂੰ ਕਹਿੰਦੇ ਸੈਂਸਰੀ ਪ੍ਰੋਸੈਸ ਡਿਸਆਰਡਰ, ਹੈ ਨਾ। ਉਹ ਆਟਿਸਟਿਕ ਬੱਚਿਆਂ 'ਚ ਵੀ ਹੋ ਰਿਹਾ, ADHD 'ਚ ਵੀ ਹੋ ਰਿਹਾ, ਸਕੂਲ ਬੱਚਿਆਂ 'ਚ ਵੀ ਹੋ ਰਿਹਾ, ਸਾਰਿਆਂ 'ਚ ਹੋ ਰਿਹਾ। ਔਰ ਜਨਰਲੀ ਤੌਰ 'ਤੇ ਇਹ ਮੰਨਿਆ ਜਾਂਦਾ ਵੀ ਇੱਕ ਮਿੰਟ ਦੇ ਵਿੱਚ ਬੰਦਾ 16 MB ਦੀ ਇਨਫੋਰਮੇਸ਼ਨ ਪ੍ਰੋਸੈਸ ਕਰ ਸਕਦਾ ਹੈ, ਲੇਕਿਨ ਸ਼ਾਮ ਤੱਕ ਤੁਸੀਂ ਦੇਖੋ ਕਿੰਨਾ ਜੀਬੀਆਂ ਦੀ ਜੀਬੀ ਖਤਮ, ਨਾ 10-12 ਟੈਰਾਬਾਈਟ ਹੋ ਜਾਂਦੀ ਹੈ ਨਾ। ਜਾਊਗੇ ਕਿੱਥੇ ਇਨਫੋਰਮੇਸ਼ਨ? ਜਦੋਂ ਤੁਸੀਂ ਫਰੀਦਕੋਟ, ਅਸੀਂ ਮੰਨ ਲਓ ਤੁਸੀਂ ਬਠਿੰਡੇ ਤੋਂ ਜੈਤੋ ਪਹੁੰਚੇ ਹੋ, ਤੁਸੀਂ ਨਿਰਮਾ ਸਾਬਣ ਦੇਖ ਕੇ ਆਏ ਨਾ ਜਿਹੜੀ, ਉਹ ਜਦੋਂ ਕੋਈ ਕਹੂਗਾ ਨਿਰਮਾ ਤੇ ਇੱਕਦਮ ਤੁਹਾਨੂੰ ਨਿਰਮਾ ਦਾ ਪੋਸਟਰ ਯਾਦ ਆ ਗਿਆ ਨਾ, ਵੀ 3 ਕੁੜੀਆਂ ਨੱਚੀ ਜਾਂਦੀਆਂ, ਰਾਈਟ। ਉਹ ਗਈ ਤਾਂ ਕਿਤੇ ਨਹੀਂ, ਇਨਫੋਰਮੇਸ਼ਨ ਕਿਤੇ ਨਹੀਂ ਜਾਂਦੀ ਹੈ, ਲੇਕਿਨ ਫੀਡ ਕਰਨ ਦੀ ਵੀ ਇੱਕ ਕਪੈਸਿਟੀ ਹੈ ਨਾ। ਫਿਰ ਉਸ ਨੂੰ ਐਮਟੀਨੈਸ ਵਾਸਤੇ ਤੁਹਾਡੇ ਕੋਲ ਸਾਧਨ ਨਹੀਂ ਹੈ ਵੀ ਉਹਨੂੰ ਖਾਲੀ ਕਿਵੇਂ ਕਰੀਏ, ਹੈ ਨਾ। ਹੁਣ ਆਟਿਸਟਿਕ ਬੱਚਿਆਂ 'ਚ ਵੀ ਐਂ ਹੋ ਰਿਹਾ। ਜਦੋਂ ਕਰੋਨਾ ਦੌਰ ਤੋਂ ਲੈ ਕੇ ਹੁਣ ਤੱਕ ਮੋਬਾਈਲ ਬਹੁਤ ਯੂਜ਼ ਹੋਇਆ, ਬਹੁਤ ਸਾਰੇ ਬੱਚੇ ਚਲਦੇ ਬੋਲਣਾ ਬੰਦ ਹੋ ਗਏ। ਅੱਛਾ, ਜਿਹੜੀਆਂ ਸਾਡੇ ਕੋਲ ਟੈਕਨੀਕਸ ਨੇ ਉਹ ਪੁਰਾਣੀਆਂ, ਜਿਹੜੀ 20 ਸਾਲ ਪੁਰਾਣੀਆਂ ਸੀ, ਸਾਨੂੰ ਪੜ੍ਹਾਇਆ ਤਾਂ ਉਸ ਤਰੀਕੇ ਨਾਲ ਗਿਆ ਸੀ। ਇਹ ਨਵੀਂ ਸਮੱਸਿਆ ਆ ਕੇ ਖੜੀ ਹੋ ਗਈ, ਰਾਈਟ। ਤਾਂ ਇਹ 'ਚ ਸਕਰੀਨਿੰਗ ਨੂੰ ਅਨਲੋਡ ਕਿਵੇਂ ਕੀਤਾ ਜਾਏ, ਐਮਟੀਨੈਸ ਕਿਵੇਂ ਕੀਤਾ ਜਾਏ, ਇਹ ਕਿਸੇ ਕੋਲ ਸੋਲੂਸ਼ਨ ਨਹੀਂ ਹੈ। ਸੋ ਦੈਟ ਇਹ ਇੱਕ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਸਾਈਕੋਲੋਜੀ ਤੇ ਸਾਈਕੋਥੈਰੇਪੀ, 2 अलग-अलग चीज़ें जी, ये अलग-अलग है दोनों। साइकोलॉजी साइकोथेरेपी में आप अच्छी तरह से एक्सप्लेन कर सकते हैं, गैबर मेटी और दोनों को भी हाथ दिखाते हैं। साइकोलॉजी और साइकोथेरेपी में क्या फ़र्क है दोनों में? साइकोलॉजी सब्जेक्ट है, ठीक है, मनोविज्ञान। ओके। साइकोलॉजी वो पूरा सब्जेक्ट है, दिमाग की स्टडी, माइंड की स्टडी, ब्रेन की स्टडी और बॉडी की स्टडी, कनेक्शन के साथ नर्वस सिस्टम अपना, ये 3-4 चीज़ें साइकोलॉजी सब्जेक्ट में आ जाता है। ओके। साइकोथेरेपी क्या होती है? उस स्टडी के साथ टूल्स और उस स्टडी को हम इंसानों में कैसे इम्प्लीमेंट करें, वो साइकोथेरेपी बन जाती है। कि उस साइकोलॉजी का सब्जेक्ट मैटर लेके हम उसको अब इंसान में देखते हैं, वो चीज़ें परखते हैं, देखते हैं कि अच्छा दिमाग से चल रहा है, बॉडी से चल रहा है। जैसे हमने बताया रेप्टिलियन ब्रेन है, कॉन्शियस माइंड है। कॉन्शियस माइंड होता है जो हम हर रोज़ बात करते हैं, जैसे आज अभी हम बातचीत कर रहे हैं, ये कॉन्शियस माइंड से हो रही हैं चीज़ें। अब साइकोथेरेपी में बहुत सारे, जैसे एक पेड़ की तरह देख लो आप उसको। साइकोलॉजी अपना रूट्स हो गया, नीचे का फाउंडेशन हो गया। अब साइकोथेरेपी उससे निकली है और उसमें बहुत सारी टूल्स और टेक्निक्स आ जाती हैं। जैसे गबोर माटे का है कंपैशनेट इंक्वायरी, वो बोलते हैं, वो भी साइकोथेरेपी टेक्निक है। क्योंकि वो क्या करती है, वो देखती है कि अच्छा बचपन में जो चीज़ें बुरी हुई हैं हमारे साथ, वो कैसे बड़प्पन में आके कैसे अलग अलग तरीक़ों में हमारे बिहेवियर में निकलती है। पीटर लेविन है, पीटर लेविन साइकोथेरेपी उनका टेक्निक है कि वो बोलते हैं
वो पढ़ते हैं नर्वस सिस्टम को। उन्होंने देखा कि नर्वस सिस्टम में हमारे पीछे के पूरे स्पाइन में कैसे कैसे चीज़ें स्टोर होती हैं और वो बॉडी के साथ कैसे कैसे बाहर निकलती हैं। तो साइकोथेरेपी हो जाती है टेक्निक और टूल्स जो हम यूज़ करते हैं इंसानों के साथ, इंसानों के ऊपर, और उनका दिमाग शांत करने के लिए, उनका दिमाग ऐसे शांत करने के लिए कि एक्चुअली वो अपने आप के अंदर देख पाए कि हमारे साथ क्या हो रहा है और मैं इससे बेहतर अवेयरनेस बढ़ाने के लिए। लोग जो साइकोलॉजी सब बहुत पढ़ लेते हैं, इंस्टाग्राम पे इस पे इतनी सी साइकोलॉजी की चीज़ें आती हैं, बट लोग उसके साथ कुछ कर नहीं पाते हैं। वहाँ पे आते हैं साइकोथेरेपिस्ट, जब बोलते हैं कि चलो अब मैं आपको बताऊंगी, आपकी हेल्प करूंगी कि इसको हम अपनी ज़िंदगी में इम्प्लीमेंट कैसे करेंगे और इसको हम आगे कैसे बढ़ेंगे इसके साथ। जी, एक मतलब जब टेंशन दिमाग में आई किसी चीज़ को लेकर, कुछ मतलब आया, कोई ट्रॉमा लगा कोई, तो एकदम क्या होता है कि पूरा शरीर ये फील करने लग जाता है कि थक गया। मतलब ऐसे होता है कि जो टांगों में बिल्कुल दर्द होने लग जाता है और थका थका सा महसूस करता है शरीर। ऐसा क्यों होता है? क्या लिंक है ऐसा पूरे शरीर का दिमाग के साथ? कि टेंशन तो दिमाग में आनी है, बाद दिमाग ने कैच करनी है, पर पूरे का पूरा शरीर ऐसे हो जाता है कि अब बस मतलब कोई काम नहीं हो सकता मेरे से। उसको हम सेंट्रल नर्वस सिस्टम कहते हैं। ओके। दिमाग और शरीर कनेक्टेड है, दिमाग और शरीर कनेक्टेड है आपके स्पाइन से, पीछे से, रीढ़ की हड्डी। ओके। रीढ़ की हड्डी के दिमाग से आपके पीछे यहाँ नेक पे बहुत नसें आ रही हैं, दो मोटी, जिसमें मल्टीपल में बहुत सारी पतली पतली नसें हैं। ओके। वो दिमाग से सीधा रीढ़ की हड्डी में हो जाती हैं। और रीढ़ की हड्डी इतनी भारी और इतनी मोटी क्यों होती है? क्योंकि वो उसी को प्रोटेक्ट करती है। वो नसें बहुत इंपॉर्टेंट होती हैं। और हर 3 से 4 रीढ़ की हड्डी आपके अलग अलग ऑर्गन के साथ कनेक्टेड होती है। ओके। तो ऊपर की 3 से 3 रीढ़ की हड्डी जैसे कनेक्टेड होगी आपके हार्ट ऑर्गन के साथ। ओके। फिर उसके बाद नीचे रीढ़ की हड्डी कनेक्ट होगी आपके लंग्स के साथ, आपके फेफड़ों के साथ। उसके बाद होगी आपके डाइजेस्टिव सिस्टम, आपके पेट के साथ। तो ऐसे ऐसे रीढ़ की हड्डी कनेक्टेड होती है। तो दिमाग की एक्चुअली हमें बोलते हैं, हम सोसाइटी में सोचते हैं कि अरे दिमाग तो बहुत बड़ा है, उसमें बहुत कैपेसिटी है, बहुत ले लेता है। बिल्कुल, जितना यूज़ करो उतना ही बढ़ता है। उतना ही बढ़ता है, लेकिन जितना यूज़ करो उतना ही बढ़ता है, पर वो टेंशन सारी जाके दिमाग से सीधा एक्चुअली मैसेजेस की तरह, इलेक्ट्रिकल मैसेजेस की तरह वो जाके रीढ़ की हड्डी में जाती है और आपकी बॉडी में जाके बैठ जाती है। इसलिए जब आपका बहुत हाई स्ट्रेस डे होता है या बहुत टेंशन वाला दिन होता है, वो बॉडी ऑब्जॉर्ब कर लेती है सारा स्ट्रेस। अब वो बोलती है चल दिमाग तू तो चलता रहे, लेकिन मैं नहीं उठूंगी आज। ओके। मैं नहीं हिलूंगी आज। और वो सबसे बड़ा साइन है आपकी बॉडी से आ रहा है कि आपका स्ट्रेस लेवल बढ़ गया है। तो उसको रुक के देखो कि क्या हो रहा है। ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਜਿਹੜਾ ਸਟ੍ਰੈਸ ਤੁਹਾਨੂੰ ਕੋਈ ਸ਼ੌਕ ਲੱਗਦਾ ਹੈ, ਕੋਈ ਤੁਹਾਨੂੰ ਡਰਦਾ ਹੋਇਆ, ਉਹ ਇਹ ਆਬਜੈਕਟਲੈਸ ਨਹੀਂ ਹੈ, ਜਸਟ ਲਾਈਕ ਆਬਜੈਕਟ ਮੰਡਲੇ ਦੀ ਤਰ੍ਹਾਂ ਹੀ ਹੁੰਦਾ। ਬ੍ਰੇਨ ਜਿਹੜਾ ਸਭ ਤੋਂ ਸੈਂਸਿਟਿਵ ਪਾਰਟ ਹੈ ਸਾਡਾ, ਬੋਡੀ ਉਸ ਨੂੰ ਸ਼ੌਕ ਤੋਂ ਬਚਾਉਂਦੀ ਹੈ ਵੀ ਤੂੰ ਸ਼ੌਕ 'ਚ ਨਹੀਂ ਆਉਣਾ, ਮੈਂ ਸ਼ੌਕ ਲੈ ਲਿਆ ਤੇਰਾ। ਬੋਡੀ ਸਭ ਤੋਂ ਪਹਿਲਾਂ ਪ੍ਰੋਟੈਕਟ ਕਰਦੀ ਹੈ। ਮੰਨ ਲਓ ਤੁਹਾਡੇ 'ਤੇ ਕਿਸੇ ਨੇ ਗਨ ਤਾਣਤੀ, ਸਭ ਤੋਂ ਪਹਿਲਾ ਰਿਐਕਸ਼ਨ ਕੀ ਹੋਊਗਾ? ब्रेन तो नहीं बेहोश तो नहीं होंगे। पहला रिएक्शन क्या हुआ? थोड़ा पेशाब निकल जाएगा। वो पहला ब्लैडर ਨੂੰ रिलीज करो, टाइट करोगे उस ब्लैडर ਨੂੰ, फिर ढिड 'ਚ हलचल होनी शुरू हो जाएगी, अग लग जाएगी, फिर हार्ट बीट बजूगी, राइट, फिर गला सुकूगा, फिर जीभ सुकूगी, फिर किते जाके जमा ही फिर जो मरन ਨੂੰ ਤਿਆਰ ਹੀ ਹੋ ਗਏ भी ਹੁਣ ਤਾਂ ਗੋਲੀ ਚੱਲਣ ਵਾਲੀ ਹੈ, फिर ਤੁਹਾਨੂੰ ब्रेन को भी ਹੁਣ फिर भी लास्ट ਤੇ मदद करदी है ਉਹ कि ਹੁਣ तू फ्रीज हो जा, ਤਾਂ ਕਿ ਤੇਰੇ ਗੋਲੀ ਵੱਜੇ ਜਿਹੜੀ ਤੈਨੂੰ ਪਤਾ ਨਾ ਲੱਗੇ। ਜਿਸ ਤੇ ਗੋਲੀ ਵੱਜਦੀ ਉਹਨੂੰ ਦਰਦ ਨਹੀਂ ਹੁੰਦਾ, ਰਾਈਟ, ਕਿਉਂਕਿ ਬੋਡੀ ਫਰੀਜ਼ ਕਰ ਦਿੰਦੀ ਹੈ ਉਹਦੇ। ਜਦੋਂ ਪਤਾ ਲੱਗ ਜੇ ਵੀ ਹੁਣ ਇਹ ਮੇਰਾ ਕਲਾਇੰਟ ਮਰਨ ਵਾਲਾ, ਮੇਰਾ ਜਿਹੜਾ ਜੀਵ ਹੈ ਇਹ ਮਰਨ ਵਾਲਾ ਹੈ, ਤਾਂ ਬ੍ਰੇਨ ਹੁਣ ਉਸ ਤੋਂ ਫਿਰ ਬ੍ਰੇਨ ਦਾ ਕਨੈਕਸ਼ਨ ਕੱਟਣ ਦੀ ਹੈ। ਅਸੀਂ ਅਕਸਰ ਛੋਟੇ ਹੁੰਦੇ ਕਿਸੇ ਨੇ ਦੇਖਿਆ ਹੋਵੇ, ਕਿਸੇ ਨੇ ਬਿੱਲੀ ਜਦੋਂ ਚੂਹੇ ਨੂੰ ਮਾਰਦੀ ਹੈ ਤਾਂ ਚੂਹਾ ਕੀ ਕਰਦਾ?
ਇੱਕ ਐਂਡ ਤੇ ਜਦੋਂ ਫਸ ਜਾਂਦਾ ਉਹ ਫਰੀਜ਼ ਹੋ ਜਾਂਦਾ ਐਨ ਜਿਵੇਂ ਵਿੱਚ ਬਰਫ ਹੀ ਹੈ ਨਹੀਂ। ਜੇ ਬਾਈ ਦੇ ਵਿੱਚ ਉਹਨੂੰ ਛੁਡਾ ਦੋ 2 ਮਿੰਟਾਂ 'ਚ ਭੱਜ ਜੂਗਾ। ਲੇਕਿਨ ਜੇ ਉਹ ਖਾ ਜਾਂਦੀ ਹੈ ਤਾਂ ਉਸ ਨਾਲ ਲੱਗਦਾ ਇਹਨੂੰ ਖਾਈ ਜਾਂਦੀ, ਇਹਨੂੰ ਪਤਾ ਹੀ ਨਹੀਂ ਲੱਗ ਜਾਂਦਾ, ਦਰਦ ਨਹੀਂ ਹੁੰਦਾ। ਤੁਸੀਂ ਜੰਗਲ 'ਚ ਵੀ ਦੇਖਦੇ ਹੋ, ਸਫਾਰੀ ਕਰਦੇ ਹੋ ਤਾਂ ਹਿਰਨ ਨੂੰ ਅਗਰ ਚੀਤਾ ਪੈ ਗਿਆ ਇੱਕ ਲੈਵਲ 'ਤੇ ਭੱਜਦਾ ਇੱਕ ਲੈਵਲ 'ਤੇ ਆਪ ਹੀ ਆ ਕੇ ਜਦੋਂ ਲੱਗਦਾ ਨੇੜੇ ਆ ਗਿਆ ਤਾਂ ਆਪ ਹੀ ਪਹਿਲਾਂ ਹੀ ਡਿੱਗ ਪੈਂਦਾ ਉਦੋਂ ਵੀ। ਉਦੋਂ ਫਿਰ ਬ੍ਰੇਨ ਕਹਿੰਦਾ ਵੀ ਹੁਣ ਤੂੰ ਬਚ ਤਾਂ ਨਹੀਂ ਸਕਦਾ, ਬੋਡੀ ਕਹਿੰਦੀ ਬਚ ਤਾਂ, ਬ੍ਰੇਨ ਐਂਡ ਬੋਡੀ ਦੋਨੇ ਕਹਿੰਦੇ ਹੁਣ ਆਪਾਂ ਬਚ ਨਹੀਂ ਸਕਦੇ, ਲੈਟਸ ਫਰੀਜ਼ ਵੀ ਤੈਨੂੰ ਹੁਣ ਦੇਖ ਮਿੱਤਰ ਤੈਨੂੰ ਖਾਊਗਾ ਪਰ ਤੈਨੂੰ ਦਰਦ ਨਾ ਹੋਵੇ। ਆਪਾਂ ਲੱਗਦਾ ਯਾਰ ਖਾਈ ਜਾ ਰਹੇ ਹੋ, ਹੱਲ ਹੀ ਨਹੀਂ ਰਿਹਾ, ਚੀਕਾਂ ਤਾਂ ਨਹੀਂ ਮਾਰਦਾ ਨਾ, ਮਾੜਾ ਮਾੜਾ ਹੱਲਦਾ ਉਹ ਬ੍ਰੇਨ ਉਦੋਂ ਬੇਹੋਸ਼ ਹੋ ਜਾਂਦਾ ਹੈ, ਰਾਈਟ। ਉਸੇ ਕੰਡੀਸ਼ਨ ਦੇ ਵਿੱਚ ਦੂਸਰੇ ਕੰਡੀਸ਼ਨ 'ਚ ਇਹ ਹੁੰਦਾ ਕਿ ਜਦੋਂ ਤੁਸੀਂ ਮਨੁੱਖ ਦੇ ਵਿੱਚ ਕੀ ਹੈ ਉਹ ਸਿਰਫ ਫਰੀਜ਼ ਹੀ ਹੋ ਸਕਦਾ, ਉਹ ਨਾਲ ਦੀ ਨਾਲ ਐਕਟੀਵੇਟ ਨਹੀਂ ਹੋ ਸਕਦਾ। ਮਤਲਬ ਉਹ ਸੀਜ਼ਨ ਚਲਾ ਗਿਆ, ਜੋ ਟਾਈਮ ਚਲਾ ਗਿਆ ਤੇਰਾ ਸਟ੍ਰੈਸ ਦਾ, ਉਸ ਤੋਂ ਬਾਅਦ ਉਹ ਰਿਲੈਕਸ ਹੋ ਜੇ, ਇਹ ਨਹੀਂ ਹੈ। ਐਨੀਮਲਸ ਵਿੱਚ ਤੁਸੀਂ ਦੇਖਦੇ ਹੋਵੋਗੇ ਕਿ ਜੇ ਟਾਈਗਰ ਹਿਰਨ ਨੂੰ ਪੈ ਗਿਆ, ਰਾਈਟ, ਤੇ ਉਹ ਫਰੀਜ਼ ਹੋ ਗਿਆ, ਡਿੱਗ ਪਿਆ, ਉਹਦੇ ਵਿਚਾਲੇ ਕੋਈ ਹੋਰ ਜਾਨਵਰ ਆ ਗਿਆ, ਉਹ ਉਹਦੇ ਮਗਰ ਭੱਜਣ ਨੂੰ ਚੱਲਿਆ, ਟਾਈਗਰ ਕੁੱਤੇ ਮਗਰ ਭੱਜਿਆ, ਪਿੱਛੋਂ ਹਿਰਨ ਭੱਜ ਗਈ। ਮਨੁੱਖ ਐਂ ਨਹੀਂ ਕਰ ਸਕਦਾ, ਇੱਕ ਵਾਰੀ ਸਿੱਟਿਆ ਹੋਵੇ ਤਾਂ ਟਾਈਗਰ ਨੇ ਉਦੋਂ ਤਾਂ 2 ਦਿਨ ਨਹੀਂ ਹੱਲਿਆ ਜਾਣਾ। ਜਾਨਵਰਾਂ ਦੇ ਵਿੱਚ ਇਹ ਕੁਦਰਤ ਨੇ ਉਹਨਾਂ ਨੂੰ ਇੱਕ ਕਪੈਸਿਟੀ ਦਿੱਤੀ ਹੈ ਕਿ ਖੁਦ ਨੂੰ ਵਾਈਬਰੇਟ ਕਰ ਸਕਦੇ ਹੋ ਵੋਲੰਟਰਲੀ। ਅਸੀਂ ਇਨਵੋਲੰਟਰੀ ਆਟੋਮੈਟਿਕ ਕੰਮ ਸਕਦੇ ਹਾਂ, ਉਹ ਵੋਲੰਟਰਲੀ ਵਾਈਬਰੇਟ ਕਰਕੇ 2 ਮਿੰਟ 'ਚ ਦੁਬਾਰਾ ਉਸ ਤਰ੍ਹਾਂ ਹੀ ਹੋ ਜਾਣਗੇ। ਇਹ ਨਹੀਂ ਕਿ ਮੈਦਾਨ ਛੱਡ ਕੇ ਭੱਜ ਜਾਣਗੇ, ਉਹ ਦੁਬਾਰਾ ਉਸ ਮੈਦਾਨ 'ਚ ਆਉਣਗੇ ਨਹੀਂ। ਆਪਾਂ ਤਾਂ ਹੁਣ ਜੇ ਇੱਕ ਵਾਰੀ ਕੁੱਤਾ ਪੈ ਜਾਏ ਗਲੀ 'ਚ ਤਾਂ ਮੁੜ ਕੇ ਗਲੀ ਛੱਡ ਦਿੰਦੇ ਹਾਂ। ਲੇਕਿਨ ਕਦੇ ਦੇਖਿਆ ਵੀ ਜਾਨਵਰ ਨੂੰ ਜੇ ਹਿਰਨ ਨੂੰ ਜਾਂ ਕਿਸੇ ਨੂੰ ਉਹ ਮਗਰਮੱਛ ਪੈ ਜਾਂਦਾ ਪਾਣੀ ਪੀਣ ਵਾਸਤੇ ਤਾਂ ਮਗਰਮੱਛ ਉਹ ਜਾਨਵਰ ਛੱਡਦਾ ਤਾਂ ਨਹੀਂ ਨਾ ਉੱਥੇ ਹੋਣਾ, ਉਹ ਅਕਸਰ ਹੀ ਫੇਰ ਆਉਂਦਾ ਉੱਥੇ, ਕਿਉਂਕਿ ਉਹਦੇ ਮਨ 'ਚ ਟਰੋਮਾ ਨਹੀਂ ਰਹਿੰਦਾ। ਸਦਮਾ ਜਿਹੜਾ ਹੈਗਾ ਮਨੁੱਖ ਦੀ ਬੋਡੀ ਜਿਹੜੀ ਆ ਉਹ ਟਰੋਮਾ 'ਚ ਆ ਜਾਂਦੀ। ਤਾਂ ਹੀ ਤਾਂ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੇ ਲੋਕਾਂ ਨੂੰ ਜਦੋਂ ਟਰੋਮਾਟਾਈਜ਼ਡ ਹੋ ਜਾਂਦੇ ਆ ਨਾ ਤਾਂ ਉਹਨਾਂ ਦੀ ਬੋਡੀ ਲੈਂਗੁਏਜ ਚੇਂਜ ਹੋ ਜਾਂਦੀ ਆ, ਉਹਨਾਂ ਦੇ ਚੱਲਣ ਦਾ ਸਟਾਈਲ ਹੀ ਦੱਸ ਦਿੰਦਾ ਹੈ ਨਾ। ਉਹ ਮੋਢੇ ਢਲਣੇ ਸ਼ੁਰੂ ਹੋ ਜਾਂਦੇ। ਥੋੜ੍ਹੇ ਸਮੇਂ ਬਾਅਦ ਜੋ ਬਹੁਤ ਜ਼ਿਆਦਾ ਟਰੋਮਾਟਾਈਜ਼ ਹੋ ਜਾਏ, ਤੁਸੀਂ ਕਹਿੰਦੇ ਯਾਰ ਤੈਨੂੰ ਕੀ ਹੋ ਗਿਆ ਯਾਰ, ਇਹ ਤਾਂ ਕੁਛ ਹੋਰ ਹੀ ਹੋ ਗਿਆ ਹੁਣ, ਬੜਾ ਯਾਰ ਟੈਨਸ਼ਨ 'ਚ ਹੈਗਾ। ਆਪ ਪਛਾਣ ਵੀ ਲੈਂਦੇ ਹਾਂ, ਤੁਹਾਨੂੰ ਕਿਆ ਪਤਾ ਟੈਨਸ਼ਨ 'ਚ ਤੁਸੀਂ ਕਿੱਥੋਂ ਪਛਾਣਿਆ, ਬੋਡੀ ਤੋਂ। ਇਹਦਾ ਮਤਲਬ ਟਰੋਮਾ ਜਿਹੜਾ ਸਟੋਰ ਕਰਦੀ ਹੈ ਉਹ ਬੋਡੀ ਕਰਦੀ ਹੈ। ਇਸ ਕਰਕੇ ਜਦੋਂ ਤੁਸੀਂ ਕਿਸੇ ਨੂੰ ਹੀਲ ਕਰਨਾ ਹੈ ਸਾਈਕੋਲੋਜੀ ਦੇ ਵਿੱਚ ਤਾਂ ਅਸੀਂ ਇਹ ਕਹਿੰਦੇ ਹਾਂ ਵੀ ਉਹਨੂੰ ਥੈਰੇਪੇਟਿਕ ਜਿਹੜੀ ਬੋਡੀ ਲੈਵਲ 'ਤੇ ਜਾ ਕੇ ਉਸ ਨੂੰ ਹੀਲ ਕਰੋ। ਚਾਹੇ ਉਸ ਨੂੰ ਕੋਈ ਮਸਾਜ ਕਰਦੇ, ਚਾਹੇ ਪੰਚਕਰਮਾ ਕਰਦੇ, ਚਾਹੇ ਡੀਪ ਟਿਸ਼ੂ ਕਰਦੇ, ਚਾਹੇ ਨਿਊਰੋਥੈਰੇਪੀ ਕਰਦੇ, ਚਾਹੇ ਉਸ ਨੂੰ ਸਾਈਕੋਥੈਰੇਪੀ ਦੀ ਜਿਹੜੀਆਂ ਟੈਕਨੀਕਸ ਨੇ ਇਹ ਕਰ ਦੋ, ਤਾਂ ਅਲਟੀਮੇਟਲੀ ਉਸ ਨੂੰ ਰਿਲੈਕਸ ਉਹ ਬੋਡੀ ਲੈਵਲ 'ਤੇ ਜਾ ਕੇ ਹੋਣਾ। ਮੰਨ ਲਓ ਤੁਸੀਂ ਸਟ੍ਰੈਸ ਹੋ ਨਾ, ਤੁਹਾਡੇ ਮੋਢੇ 'ਤੇ ਕੋਈ ਹੱਥ ਰੱਖ ਦੇ 2 ਮਿੰਟ ਆ ਕੇ, ਤੁਹਾਡਾ ਭਰਾ ਬਹੁਤ ਟੈਨਸ਼ਨ ਸੀਗੇ, ਤੁਹਾਡਾ ਭਰਾ ਜਾਂ ਤੁਹਾਡੀ ਮਾਂ ਮੋਢੇ 'ਤੇ ਹੱਥ ਰੱਖ ਦੇ, ਤੁਸੀਂ ਇੱਕਦਮ ਰਿਲੀਜ਼ ਹੋ ਜਾਂਦੇ ਹੋ। ਪਹਿਲਾਂ ਦਿਮਾਗ 'ਚ ਹੁੰਦੇ ਹੋ ਤੁਸੀਂ, ਲੇਕਿਨ ਅਚਾਨਕ ਤੁਸੀਂ ਬੋਡੀ 'ਚ ਆ ਜਾਂਦੇ ਹੋ, ਰਾਈਟ। ਸੋ ਆਹ ਚੀਜ਼ ਉਹ 'ਚ ਕੰਮ ਕਰਦੀ ਕਿ ਬੋਡੀ ਕਿਉਂ ਸਟ੍ਰੈਸ ਹੋ ਜਾਂਦੀ ਹੈ ਔਰ ਕਿਵੇਂ ਉਹਨੂੰ ਰਿਲੀਜ਼ ਕਰਨਾ। ਉਹ ਟੈਕਨੀਕ ਸਾਨੂੰ ਬੋਡੀ ਲੈਵਲ 'ਤੇ ਕਰਨੀਆਂ ਪੈਣਗੀਆਂ, ਸੁਜੈਸ਼ਨ ਨਹੀਂ ਵੀ ਤੈਨੂੰ ਐਂ ਕਰਨਾ ਚਾਹੀਦਾ ਹੈ, ਤੂੰ ਆਹ ਟੂਲ ਯੂਜ਼ ਕਰ, ਤੂੰ ਐਂ ਕਰਿਆ ਕਰ, ਐਂ ਨਹੀਂ। ਇਹ ਤੁਹਾਨੂੰ ਪਤਾ ਹੈ ਨਾ ਵੀ ਕੀ ਨਹੀਂ ਕਰਨਾ ਚਾਹੀਦਾ। ਔਰ ਸਮੈਟਿਕ ਐਕਸਪੀਰੀਅੰਸ ਵਿੱਚ ਬੜੀ ਬਿਊਟੀਫੁਲ ਚੀਜ਼ ਇਹ ਹੈ ਕਿ ਪੀਟਰ ਲੋਇਨ ਕਹਿੰਦਾ ਕਿ ਆਈ ਐਮ ਨਾਟ ਇੰਟਰਸਟਡ ਇਨ ਯੋਰ ਹਿਸਟਰੀ। ਮੈਂ ਤੇਰੇ ਨਾਲ ਕੀ ਬੀਤਿਆ, ਤੇਰੇ ਘਰ 'ਚ ਕੀ ਕੁੱਤੇ ਖਾਣੀ ਹੁੰਦੀ ਰਹਿੰਦੀ ਤੇਰੇ ਨਾਲ, ਮੈਂ ਉਹਦੇ ਨਾਲ ਕੋਈ ਇੰਟਰਸਟਡ ਨਹੀਂ ਆ। ਮੈਂ ਤਾਂ ਤੇਰੀ ਬੋਡੀ 'ਚ ਇੰਟਰਸਟਡ ਹਾਂ, ਤੈਨੂੰ ਬੋਡੀ 'ਚ ਕੀ ਫੀਲ ਹੋ ਰਿਹਾ ਹੈ, ਤੂੰ ਟਾਇਰਡ ਫੀਲ ਕਰ ਰਿਹਾ, ਤੂੰ ਪੇਨਫੁਲ ਫੀਲ ਕਰ ਰਿਹਾ, ਰਾਈਟ ਨਾਓ ਮੈਨੂੰ ਦੱਸ ਤੇਰੀ ਬੋਡੀ 'ਚ ਕੀ ਫੀਲ। ਉਹ ਕਹਿੰਦਾ ਮੈਂ ਤਾਂ ਇੱਥੋਂ ਤੱਕ ਹੀ ਸੀਗਾ ਤੇਰੇ ਨਾਲ, ਅੱਜ ਤੂੰ ਮੇਰੇ ਕੋਲ ਆਇਆ, ਮੈਂ ਤਾਂ ਤੇਰੀ ਬੋਡੀ ਨੂੰ ਹਲਕਾ ਕਰਨਾ ਸੀ, ਉਹ ਕਰਤਾ, ਹੁਣ ਤੂੰ ਜਾ। ਲੇਕਿਨ ਉਸ ਵਿੱਚ ਉਹ ਦੇਖਦਾ ਕਿ ਉਹ ਹੀਲ ਹੋਣਾ ਸ਼ੁਰੂ ਹੋ ਜਾਂਦਾ। ਇਹਨੂੰ ਕਹਿੰਦੇ ਸੇਫੈਸਟ ਹੀਲਿੰਗ। ਸਮੈਟਿਕ ਐਕਸਪੀਰੀਅੰਸ ਜਿਹੜੀ ਸੀਗੀ ਉਹ ਦੁਨੀਆ ਦੇ ਵਿੱਚ ਸਭ ਤੋਂ ਸੇਫੈਸਟ ਹੀਲਿੰਗ ਮੰਨੀ ਗਈ ਹੈ। ਇੱਕ ਤਾਂ ਬਿਨ ਬੋਲਿਆਂ ਜਾਣਨ ਦੀ ਲੋੜ ਨਹੀਂ ਹੈ। ਇੱਕ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਯਾਰ ਕੋਈ ਗੱਲ ਕਿਸੇ ਨਾਲ ਕਰਨਾ ਨਹੀਂ ਚਾਹੁੰਦਾ, ਕੋਈ ਗੱਲ ਦੱਸ ਨਾ ਦੇਵੇ, ਇਹਦੇ ਵਿੱਚ ਸਾਈਕੋਥੈਰੇਪਿਸਟ ਕੀ ਕਰਦਾ, ਗੱਲ ਪੁੱਛਦਾ ਨਹੀਂ ਹੈ, ਉਹ ਤੂੰ ਦੱਸਣ ਦੀ, ਉਹ ਕਲਾਇੰਟ ਦੱਸਦਾ ਮੇਰੇ ਨਾਲ, ਉਹ ਕਹਿੰਦਾ ਇੱਕ ਮਿੰਟ ਰੁਕ, ਤੂੰ ਜਿਹੜੇ ਹੁਣ ਦੱਸ ਰਿਹਾ ਤੇਰੀ ਬੋਡੀ 'ਚ ਕੀ ਫੀਲ ਹੋ, ਕਹਿੰਦੇ ਯਾਰ ਮੇਰੀ ਗੱਲ ਤਾਂ ਸੁਣ ਲੈ ਯਾਰ। ਅਸੀਂ ਪੌਜ਼ ਕਰਦੇ ਹਾਂ ਵੀ ਨਹੀਂ ਸੁਣੇ, ਦੱਸਦੇ ਬੋਡੀ 'ਚ ਕੀ ਫੀਲ, ਉਹ ਯਾਰ ਤੂੰ ਗੱਲ ਤਾਂ ਸੁਣੀ ਨਹੀਂ ਹੁਣ ਮੇਰੀ, ਕਿਉਂ ਸਾਨੂੰ ਪਤਾ ਕਿ ਜਿਹੜਾ ਟਰੋਮਾ ਜਿਹੜਾ ਉਹ ਬੋਡੀ 'ਚ ਫਸਿਆ ਹੋਇਆ, ਉਹ ਤੇਰੀ ਗੱਲਾਂ 'ਚ ਨਹੀਂ, ਤੇਰੀ ਮੈਮਰੀ 'ਚ ਨਹੀਂ ਫਸਿਆ ਹੋਇਆ। ਤੂੰ ਅੱਜ ਦੀ ਗੱਲ ਕਹਾਣੀ ਦੱਸ ਰਿਹਾ, ਕਹਾਣੀ ਤਾਂ ਕਿਤੇ 15-20 ਸਾਲ ਪੁਰਾਣੀ ਹੈ। ਸੋ ਇਹਦੇ ਵਿੱਚ ਉਸ तरीके ਨਾਲ मतलब ऐसे डॉक्टर साहब ने बोला कि ट्रॉमा, कोई ट्रॉमा समझता है, कोई ऐसा होता है कि स्ट्रेस में है, मतलब ये बीमार है, जैसे कि लोग
चले जाते हैं, मतलब डॉक्टरों के पास चले, साइकियाट्रिस्ट के पास चले जाते हैं, इसको साइकोथेरेपी से हील किया जा सकता है? जैसे कोई बंदा लंबे समय से डिप्रेशन में है, स्ट्रेस में है, उसको आप कैसे डील करते हो? मतलब क्या, कैसे आपको पता लगता है कि इसको ये ट्रॉमा है, इसको ये टेंशन है, इसके लिए आपका कैसे वर्क कैसे होता है आपका? वो क्लाइंट से ही आता है। कैसे? एक सेशन का एग्जांपल देते हैं आपको। ओके। जैसे कि सपोजली आप और हम इनके ऊपर ही कर सकते हैं, हाँ? डेमोस कर सकते हैं, आपके ऊपर कर सकते हैं। हाँ लेट मी स्टार्ट। ठीक है, तो क्या हाल चाल है आपके? बहुत बढ़िया। बहुत बढ़िया। कुछ भी ऐसी चीज़, कुछ बॉडी में फटीग, कुछ बॉडी में थकावट है? बिल्कुल, मतलब टांगों में है। टांगों में है। उससे पहले एक चीज़ पूछूंगी, कुछ ऐसी चीज़ के बारे में सोचिए जो आपको खुशी देती है, जो आपको बिल्कुल रिलैक्स कर देती है, टेंशन फ्री कर देती है। खाने की चीज़ हो सकती है, रंग हो सकता है, इंसान हो सकता है, जगह हो सकती है। हाँ बिल्कुल। बताइए क्या है वो? ज़्यादातर जो रिलैक्स फील होता है वो मतलब लोगों में जाकर, मतलब अपना काम कर कर के आज ठीक है, मतलब ये बात की मैंने लोगों की, ये समस्या थी इसकी मैं हम दोनों का हाँ या मतलब वो लोगों की, कौन से लोगों में आपको अच्छा लगता है? कोई भी जो पीड़ित होते हैं। दैट्स ग्रेट। एक पीड़ित लोगों में आपको बहुत ही अच्छा लगता है ना? पीड़ित लोगों का मतलब दुख बांटने का आपको अच्छा लगता है, ये आपकी पर्सनैलिटी है। दैट्स ग्रेट। अच्छा, मैं आपसे एक क्वेश्चन पूछ सकता हूँ कि आपकी बॉडी में रिलैक्सेशन कहाँ पे है इस समय? जब आप इस बारे में सोच रहे हैं तो मतलब मन में होती है यहाँ पे? हाँ, बॉडी में, मतलब ये तो आपका नहीं बिल्कुल हार्ट पेनफुल था, हार्ट में, यहाँ पे रिलैक्स, थोड़ी देर यहीं पे रहते हैं, बिल्कुल। उस पर फोकस करिए, फोकस कीजिए, रिलैक्सेशन पे। रिलैक्सेशन पे फोकस करते हैं। या एंड व्हाट्स योर फेवरेट प्लेस? आपकी फेवरेट प्लेस कोई, या कोई भी चीज़, आपका बच्चा जिसके साथ खेलना पसंद है, कोई भी एनीथिंग। ऐसे कोई खास तो अच्छा, उस रिलैक्सेशन की जो फीलिंग है यहाँ पे अभी भी है? हाँ अभी भी है। इधर है। अब इसको अगर आप एक रंग दे दें, क्या रंग देंगे? एक रंग दे दीजिए अपनी रिलैक्सेशन। ग्रीन। ग्रीन। यू लाइक ग्रीन ना? ग्रीन। हाँ, तो 2 मिनट 30 सेकेंड एक्चुअली मैं चाहूंगी कि आप उस ग्रीन और उस रिलैक्सेशन पे बस ध्यान दीजिए। बस देखिए, और उसका शेप क्या है? उसका कोई शेप है या खुला ही है, ऐसे बस एक क्लाउड की तरह है? एक पार्क की तरह है। पार्क की तरह है। मुझे लगता है पार्क बहुत अच्छा लगता है आपको। हाँ, पार्क की तरह है ना, तो इसके साथ रहेंगे, ठीक है? ओपन हो गया, तो काफी बड़ा हो गया ये। एग्जैक्टली, खुल गया। खुल गया। तो उसके साथ रहेंगे या 2 मिनट और बस उसको, उस पे अटेंशन देंगे और उसको करते रहे। उस पे अटेंशन देंगे, देखेंगे वो आपके पैर थोड़े देख रहा हूँ, पैर आपके मूव कर रहे हैं, लाइक इट। थोड़ा हल्का हल्का इसको मूव करें, हल्का हल्का स्लो, हमारे साथ करें, वेरी स्लो, नो फास्ट, स्लो, वेरी स्लो एंड अब वो जो हैवीनेस थी पैर में वो है? है ना? किधर है? पैरों में। क्या ये पैरों में? इसको ऐसे रखते हैं? पैरों में किधर है? पैरों में नहीं है, मैं लेग्स में है। लेग्स में? वी नीड टू एक्टिवेटेड। स्लो। अच्छा, पैरों में आपको ये फ्लोर टच हो रहा है? कौन सा इसमें टेक्सचर क्या है इसका? सॉफ्ट है, हार्ड है, क्या है? नॉर्मल। हाँ, नॉर्मल है। और टेम्परेचर? गरम, ठंडा? नहीं, मीडियम ही है। मीडियम। हाँ, ये सॉफ्ट है या हार्ड है? एंड स्लो। मेरे साथ करने साथ बिल्कुल स्लो। ये मीडियम है, ये सॉफ्ट है, हार्ड है? ये नीचे आपका जो हील है, जो आपको फील हो रही है, हील तो सॉफ्ट फील हो रही है। सॉफ्ट फील हो रही है। हाँ, यस। एंड आपको ये भी फील हो रहा है, आपके जो पहने हैं अपने
सॉक्स पहनी है, फील हो रहा फील हो रही है एंड आपकी ये पैंट है, फील होती है कहाँ तक फील हो रही है? यहाँ तक। यहाँ तक, ऊपर तक नहीं है ना? इट्स ओके, इट्स ओके, That's okay. दैट्स नाइस एंड वेरी स्लो। या अब- भूसा बू can you check your pain? check How is that? your legs. And कैसे माइंड में कैसे फील हो रहा है आपको? बिल्कुल अच्छा हो रहा रिलैक्स। और वो पार्क है, पार्क कितना बड़ा हो गया? है। पार्क तो बहुत बड़ा है, पार्क तो बहुत बड़ा। या दैट्स द टेक्निक this is कि आप पहले कहाँ पे थे? जितने क्वेश्चन आप हमसे कर रहे थे वो माइंड में थे, राइट? अभी आप बहुत सी स्लो हो गई आपकी, और स्माइल भी आ गई। स्माइल भी आ गई। सो दिस इज द कि हम आपको माइंड से बॉडी में लेके आ रहे हैं। बिल्कुल। जब माइंड से बॉडी में आ गए, आपके पैर भी देखो अब हिल नहीं रहे हैं। पहले लगातार ऐसे ऐसे में जब से आप शो कर रहे थे, बैक करके देखेंगे लगातार हिल रहे थे आपके। आप जल्दी में भी थे, जल्दी से खत्म करते हैं, है ना? अभी आप सेटल डाउन। हाँ, और आपके पैर स्ट्रेच्ड आउट थे। हाँ, अब आप ऐसे- अपने या। सपोर्ट के साथ बैठे हैं। अभी इसको 1 घंटा चलता तो क्या होता? अभी तो 5 मिनट का ट्रिक है। एंड इट्स ऑटो सजेशंस। हमने सिर्फ आपको कुछ नहीं किया, आपके बारे में पूछा था नहीं ना, आपको क्यों स्ट्रेस हुआ, कैसे हुआ, जहाँ पे क्यों फील होता है, जहाँ पे क्यों फील होता है, नहीं। हम उसमें कोई इंटरेस्टेड ही नहीं, क्योंकि बॉडी तो प्रोजेक्ट कर रही है ना। जब आप पैर ऐसे हिला रहे थे तो यू आर फ्लाइट मोड में, आप भागने के चक्कर में थे, राइट? तो फ्लाइट मोड थी, हमें आइडेंटिफाई किया पर्सन इज इन फ्लाइट मोड, राइट? तो ये सारी चीज जो प्लस आप एनर्जी लो हो रही थी आपकी, तो आपको ऐसा लग रहा है ओ मुझे एग्जॉस्ट हो गया, बस जल्दी से फिनिश करो यार, राइट? तो वो सारा स्ट्रेस हमने आपसे पूछा कुछ नहीं है, लेकिन आपकी बॉडी प्रोजेक्ट कर रही थी हमें। तो हमने सिर्फ जब क्लाइंट हमसे बात करते हैं तो हम उसके हिस्ट्रीज के लिए नहीं, हम प्रेजेंट की बात करते हैं कि राइट नाउ व्हाट आर यू फीलिंग। आप यहाँ पे पेनफुल है, इनफ है, स्ट्रेस तो होल्ड कर रखा है इसने। स्ट्रेस कैन बी एनी कॉज, कारण कोई भी हो, हमने क्या लेना उससे? हम तो बॉडी लेवल पे जब बात करते हैं, बॉडी लेवल अंधा है स्ट्रेस, वो तो अंधे स्ट्रेस को रिलीज कर दिए। और उसी में उसी समय बॉडी के अंदर ही एक रिलैक्सेशन जोन होता है हमारा, या वो आपका हार्ट था। हर एक का डिफरेंट होगा, जैसे बोलते हैं हर एक बंदे का नॉर्मल डिफरेंट है, मेरा नॉर्मल है, हर एक बंदे का नॉर्मल डिफरेंट है, अलग नॉर्मल है हर एक का। तो वहाँ पे बॉडी रिलैक्स थी आपकी, तो इस उसको एक्सपेंशन किया। पहले छोटा सा था, वहाँ से पार्क आ गया, पार्क पूरा ग्रीन हो गया, राइट? मीन्स वी आर ओपनिंग अप, या राइट? ये पूरा सेशन जब होता है मीन्स चलो एक बड़ी आने वाले समय में आपको ओपन करेंगे, एक बड़ा ही सरप्राइजिंग एक विद इन 2 सेशन के अंदर हमारे साथ हुआ, एंड यू कांट बिलीव। ओके। मीन्स एक किडनी पेशेंट था, अक्यूट किडनी फेलियर, यानी 17 ਦਾ क्रीटनाइन सी। सॉरी मैं भी ਇਹਨਾਂ ਨਾਲ ਕੇ ਹਿੰਦੀ ਬੋਲਣ ਲੱਗ ਗਿਆ, कोई गल नहीं, समझ आ रही है। ਇਹਨਾਂ ਨਾਲ ਆ ਕੇ ਹੋ ਜਾਂਦਾ। एंड 17 क्रीटनाइन एंड ब्लड यूरिया 250, HB 6। अच्छा ਸਾਡੇ ਕੋਲ ਤਾਂ ਜਨਰਲੀ ਆਏ ਡਾਈਟ ਬਣਾਉਣ ਵਾਸਤੇ, ਮੈਂ ਕਿਹਾ ਯਾਰ ਇਹ ਵਿਚਾਰੇ ਦਾ ਸੈਸ਼ਨ ਲੈ ਲਈਏ, ਸਟ੍ਰੈਸਡ ਹੈ ਬਹੁਤ, ਪਤਾ ਹੀ ਆ ਹੁਣ ਕਿੰਨਾ ਪੇਨ ਚ ਹੈਗਾ, ਕਿੰਨਾ ਦਰਦ ਚ ਹੈ, ਯੰਗ। ਇੱਕ ਸੈਸ਼ਨ ਦੇ ਵਿੱਚ ਹੀ ਉਹਦਾ ਸਟ੍ਰੈਸ ਜਿਹੜਾ ਉਹ ਕ੍ਰੀਟਨਾइन ਸੀ 11 ਤੇ ਪਹੁੰਚ ਗਿਆ, ठीक है। 3 ਦਿਨਾਂ ਚ ਹੀ। ਔਰ ਉਹ ਵਿਅਕਤੀ ਬਲੱਡ ਯੂਰੀਆ ਉਹਦਾ ਸੀ 250 ਤੋਂ 140 ਤੇ ਆ ਗਿਆ, ਸੋਡੀਅਮ ਪੋਟਾਸ਼ੀਅਮ ਕੈਲਸ਼ੀਅਮ ਨਾਰਮਲ ਹੋ ਗਏ, ਉਹਦਾ ਇਨਟੇਕ ਫਲੂਇਡ ਤੇ ਆਊਟਪੁੱਟ ਫਲੂਇਡ ਇਕੁਅਲ ਹੋ ਗਿਆ, ਯਾਨੀ ਕਿਡਨੀ ਸਾਈਨ ਆਫ ਵਰਕਿੰਗ। HB ਜਿਹੜਾ 6 ਤੋਂ 7.5 ਹੋ ਗਿਆ ਵਿਦਾਊਟ ਐਨੀ ਵੈਕਸੀਨ ਇੰਜੈਕਸ਼ਨਸ। ठीक है। ਤਾਂ ਇਹ ਗੱਲ ਇਹ ਵੀ ਸ਼ੋ ਕਰਦੀ ਹੈ ਕਿ ਹਰ ਇੱਕ ਬੰਦੇ ਦਾ ਮਤਲਬ ਕਿਡਨੀ ਫੇਲੀਅਰ ਹੈ ਤਾਂ ਫਿਜ਼ੀਓਲੋਜੀਕਲ ਚੇਂਜਸ, ਇਹ ਪੈਥੋਲੋਜੀ ਹੈ, ਮਤਲਬ ਇਹ ਡਿਜ਼ੀਜ਼ ਹੈਗੀ ਹੈ, ਬਿਮਾਰੀ ਹੈ, ਸਟਰਕਚਰ ਥੋੜਾ ਕੋਈ ਫੇਲ ਹੋ ਰਿਹਾ। ਲੇਕਿਨ ਕਿਤੇ ਨਾ ਕਿਤੇ ਉਹਦੇ ਵਿੱਚ ਅਸੀਂ ਉਹਨੂੰ ਡਿਟੇਲਡ ਕੀਤਾ ਉਸ ਵਿਅਕਤੀ ਨੂੰ, ਤਾਂ ਉਹਦੇ ਵਿੱਚ ਕ੍ਰੋਨਿਕ ਸਟ੍ਰੈਸ ਸੀ बिल्कुल। ਹਾਂ। ਤਾਂ ਉਹ ਕਰਕੇ ਵੀ ਬੰਦੇ ਦੀ ਕਿਡਨੀ ਫੇਲੀਅਰ ਵੀ ਹੋ ਸਕਦੀ ਹੈ, ਜੇ ਉਹਨੂੰ ਹੀਲ ਕਰੋਗੇ ਤੇ ਰਿਕਵਰ ਵੀ ਹੋ ਸਕਦੀ ਹੈ। ਯਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਆਏ, ਮਨੋਵਿਗਿਆਨ ਦੀ ਜਾਣਕਾਰੀ ਦਿੱਤੀ, ਠੀਕ ਹੈ, ਚਰਚਾਵਾਂ ਹੋਈਆਂ ਕਈ ਚੀਜ਼ਾਂ ਨੂੰ ਲੈ ਕੇ। ਉਮੀਦ ਕਰਦਾ ਦਰਸ਼ਕਾਂ ਨੂੰ ਇਹ ਚੀਜ਼ਾਂ ਪਸੰਦ ਆਉਣਗੀਆਂ। ਧੰਨਵਾਦ। ਤਾਂ ਗੱਲਬਾਤ ਕੀਤੀ ਮਨੋਵਿਗਿਆਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ
ਬੱਚਿਆਂ ਤੇ ਜੋ ਪ੍ਰਭਾਵ ਪੈ ਰਿਹਾ ਨਸ਼ੇ ਨੂੰ ਲੈ ਕੇ, ਰਿਸ਼ਤਿਆਂ ਦੇ ਟੁੱਟਣ ਨੂੰ ਲੈ ਕੇ, ਤਾਂ ਹਰ ਇੱਕ ਵਿਸ਼ੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਵੇਗੀ। ਹੋਰ ਇਸ ਤਰੀਕੇ ਦੀ ਗੱਲਬਾਤ ਲਈ ਦੇਖਦੇ ਰਹੋ ਲੋਕ ਅਵਾਜ਼ TV।